ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿਰਾਸ ਸਾਹਿਬ ਦੀ ਕਥਾ ਵਾਰਤਾ ਚੱਲ ਰਹੀ ਹੈ। ਚੌਪਈ ਸਾਹਿਬ ਦੀ ਕਥਾ ਹੋ ਗਈ ਹੈ। ਹੁਣ ਅੱਗੇ ਸਵਈਏ ਨੇ। ਸਪੈਲਿੰਗ ਸੱਸਾ ਭਾਵੇਂ ਦਲਾਵਾਂ ਯਈਏ ਨੂੰ ਕੰਨਾ, ਇਹਨੂੰ ਸਵੈਆ ਨਹੀਂ ਪੜ੍ਹਨਾ, ਇਹਦਾ ਉਚਾਰਨ ਹੈ ਸਵਈਆ। ਸੱਸਾ ਵਾਵੇ ਤੇ ਅਦਕ, ਈੜੀ ਨੂੰ ਬਿਹਾਰੀ, ਆੜੇ ਨੂੰ ਕੰਨਾ, ਸਵਈਆ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੈਂ ਹਮ ਏਕ ਨ ਜਾਨਿਓ। ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨ ਕਹਿਓ ਸਭ ਤੋਹੇ ਬਖਾਨਿਓ। ਦਸਮ ਪਾਤਸ਼ਾਹ ਕਹਿੰਦੇ, ਪਾਏ ਗਹੇ ਜਬ ਤੇ ਤੁਮਰੇ, ਹੇ ਪਰਮਾਤਮਾ ਜਦੋਂ ਦੇ ਮੈਂ ਤੁਹਾਡੇ ਚਰਨ ਪਕੜੇ ਹਨ। ਪਾਏ ਮੈਨੇ ਪੈਰ, ਭਾਵ ਚਰਨ, ਗਹੇ ਮੈਨੇ ਪਕੜੇ, ਜਬ ਤੇ ਜਦੋਂ ਦੇ, ਤੁਮਰੇ ਤੁਹਾਡੇ। ਹੇ ਪਰਮਾਤਮਾ ਮੈਂ ਜਦੋਂ ਦੇ ਤੁਹਾਡੇ ਚਰਨ ਫੜੇ ਹਨ, ਭਾਵ ਤੁਹਾਡੀ ਸ਼ਰਨ 'ਚ ਆਇਆ ਹਾਂ। ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਉਦੋਂ ਦਾ ਮੈਂ ਕਿਸੇ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਂਦਾ, ਭਾਵ ਮੈਂ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ। ਅੱਖ ਥੱਲੇ ਲਿਆਉਣਾ ਹੁੰਦਾ, ਪਰਵਾਹ ਕਰਨਾ। ਮੈਂ ਕਿਸੇ ਨੂੰ ਅੱਖ ਥੱਲੇ ਹੀ ਨਹੀਂ ਲਿਆਂਦਾ, ਭਾਵ ਮੈਂ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨ ਮਾਨਿਓ। ਰਾਮ ਆਏ ਥੇ, ਰਹੀਮ ਆਏ, ਪੁਰਾਨ ਲਿਖੇ ਗਏ, ਕੁਰਾਨ ਲਿਖੇ ਗਏ, ਅਨੇਕ ਕਹੈ ਮਤ। ਇਹ ਅੱਡ ਅੱਡ ਵਿਚਾਰ ਪ੍ਰਗਟ ਕਰਦੇ ਨੇ। ਰਾਮ ਦੇ ਕੋਈ ਵਿਚਾਰ ਨੇ, ਰਹੀਮ ਦੇ ਕੋਈ ਵਿਚਾਰ ਨੇ, ਪੁਰਾਣਾਂ ਦੇ ਕੋਈ ਵਿਚਾਰ ਨੇ, ਕੁਰਾਨ ਦੇ ਅੱਡ ਵਿਚਾਰ ਨੇ। ਇਹ ਅੱਡ ਅੱਡ ਵਿਚਾਰ ਨੇ। ਏਕ ਨਾ ਮੰਨਿਓ, ਮੈਨੇ ਜੇ ਕਿਸੇ ਵਿਚਾਰ ਨੂੰ ਨਹੀਂ ਮੰਨਿਆ, ਮੈਨੇ 'ਚੋਂ ਕਿਸੇ ਨੂੰ ਵੀ ਨਹੀਂ ਮੰਨਦਾ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੈਂ ਹਮ ਏਕ ਨ ਜਾਨਿਓ। ਸਿਮਰਤੀਆਂ ਨੇ, 27 ਸਿਮਰਤੀਆਂ ਨੇ, 6 ਸ਼ਾਸਤਰ ਨੇ, 4 ਵੇਦ ਨੇ। ਇਹ ਸਾਰੇ ਜਿਹੜੇ ਕਹਿੰਦੇ ਨੇ, ਇਹ ਭੇਦ ਹੈ, ਇਹਨਾਂ 'ਚ ਫਰਕ ਹੈ। ਇਹਨਾਂ ਦੇ ਵਿਚਾਰਾਂ 'ਚ ਫਰਕ ਹੈ। ਸਾਰੇ ਇੱਕੋ ਗੱਲ ਨਹੀਂ ਕਹਿੰਦੇ। ਜੇ ਤਾਂ ਸਾਰੇ ਇੱਕੋ ਗੱਲ ਕਹਿਣ ਫਿਰ ਤਾਂ ਬੰਦਾ ਮੰਨ ਲੈਂਦਾ ਹੈ। ਜੇ ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਫਿਰ ਡਾਊਟ ਹੋ ਜਾਂਦਾ ਹੈ। ਸਿਮਰਤੀਆਂ ਹੋਰ ਕੁਛ ਕਹਿੰਦੀਆਂ, ਸ਼ਾਸਤਰ ਹੋਰ ਕਹਿੰਦੇ ਨੇ, ਵੇਦ ਹੋਰ ਕਹਿੰਦੇ ਨੇ, ਬਹੁ ਭੇਦ ਕਹੇ। ਇਹ ਵੱਖਰੀਆਂ ਵੱਖਰੀਆਂ ਜਿਹੜੇ ਵਿਚਾਰ ਪ੍ਰਗਟ ਕਰਦੇ ਨੇ, ਵੱਖਰੇ ਵੱਖਰੇ। ਹਮ ਏਕ ਨਾ ਜਾਣਿਓ, ਇਸ ਲਈ ਅਸੀਂ ਇਹਨਾਂ 'ਚ ਕਿਸੇ ਨੂੰ ਨਹੀਂ ਜਾਣਦੇ, ਭਾਵ ਕਿਸੇ ਦੇ ਵਿਚਾਰ ਨਹੀਂ ਮੰਨਦੇ। ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ, ਸ਼੍ਰੀ ਅਸਪਾਨ ਪਰਮਾਤਮਾ ਨੂੰ ਕਹਿੰਦੇ ਨੇ। ਇਹ ਪਰਮਾਤਮਾ ਤੁਹਾਡੀ ਕਿਰਪਾ ਕਰਕੇ ਹੀ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਹ ਗੱਲਾਂ ਮੈਂ ਨਹੀਂ ਕਹੀਆਂ, ਇਹ ਤਾਂ ਤੁਸੀਂ ਕਿਹਾ ਅਤੇ ਮੈਂ ਅੱਗੇ ਕਿਹਾ ਹੈ। ਭਾਵ ਵਿਚਾਰ ਮੇਰੇ ਨਹੀਂ ਹੈਗੇ, ਤੁਹਾਡੇ ਵਿਚਾਰ ਨੇ। ਕਿਉਂਕਿ ਜਿਹੜਾ ਸਿੱਧਾ ਹੀ ਪਰਮਾਤਮਾ ਨੂੰ ਮੰਨਦਾ, ਫਿਰ ਹੋਰ ਕਿਸੇ ਨੂੰ ਨਹੀਂ ਮੰਨਦਾ। ਕਿਉਂਕਿ ਦਸਮ ਪਾਤਸ਼ਾਹ ਗੁਰੂ ਵੀ ਕਹਿੰਦੇ ਨੇ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਆਦਿ ਤੋਂ ਲੈ ਕੇ ਅੰਤ ਤੱਕ ਜਿਹੜਾ ਇੱਕੋ ਜਿਹਾ ਹੈ ਪਰਮਾਤਮਾ, ਕਹਿੰਦਾ ਸਾਡਾ ਗੁਰੂ ਹੈ। ਸੋ ਜਿਹੜਾ ਸਿੱਧਾ ਹੀ ਪਰਮਾਤਮਾ ਨੂੰ ਮੰਨਦਾ, ਉਹ ਕਿਸੇ ਹੋਰ ਨੂੰ ਫਿਰ ਨਹੀਂ ਮੰਨਦਾ। ਦਸਮ ਪਾਤਸ਼ਾਹ ਸਿੱਧਾ ਹੀ ਪਰਮਾਤਮਾ ਨੂੰ ਮੰਨਦੇ ਸਨ, ਇਸ ਲਈ ਉਹ ਤਾਂ ਪਰਮਾਤਮਾ ਦਾ ਨਾਮ ਜਪਦੇ ਸਨ, ਪਰਮਾਤਮਾ ਦਾ ਹੀ ਰੂਪ ਹੋ ਗਏ ਸਨ ਉਹ ਤਾਂ। ਅੱਗੇ ਕਹਿੰਦੇ ਦੋਹਰਾ, ਇਹ ਵੀ ਦਸਮ ਪਾਤਸ਼ਾਹ ਦੀ ਲਿਖਿਆ ਹੋਇਆ ਹੈ। ਸਗਲ ਦੁਆਰ ਕੋ ਛਾੜ ਕੇ, ਗਹਿਓ ਤੁਹਾਰੋ ਦੁਆਰ, ਬਾਹੀਂ। ਇਸ ਨੂੰ ਆਮ ਬੋਲਦੇ ਬਾਹੀਂ, ਸ਼ਬਦ ਹੈ ਬਾਂਹ। ਇਹ ਹਾਹੇ, ਤੁਸੀਂ ਕਹੋ ਜੀ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ, ਅਸਲ ਸ਼ਬਦ ਬਾਂਹ ਹੈ।
ਆਪਾਂ ਬਾਹੀਂ ਨਹੀਂ ਕਹਿੰਦੇ। ਬਾਂਹ ਕਰ ਮੇਰੀ ਬਾਂਹ ਦੁਖਦੀ ਹੈ, ਮੇਰੀ 2 ਬਾਹਾਂ ਨੇ, ਆਪਾਂ ਬਾਂਹ ਕਹਿੰਦੇ। ਹਾਹੇ ਨੂੰ ਸਿਆਰੀ ਤਾਂ ਇਸਤਰੀ ਲਿੰਗ ਹੋਣ ਕਰਕੇ ਲੱਗੀ ਹੋਈ ਹੈ। ਕਈ ਇਸਤਰੀ ਲਿੰਗ ਜਿਹੜੇ ਸ਼ਬਦ ਹੁੰਦੇ ਨੇ ਉਹਦੇ ਅਖੀਰ ਅੱਖਰ ਨੂੰ ਸਿਆਰੀ ਲੱਗੀ ਹੁੰਦੀ ਹੈ। ਇਹਨੂੰ ਬਾਹੀਂ ਨਹੀਂ ਪੜ੍ਹਨਾ ਚਾਹੀਦਾ। ਬਾਂਹ ਬਾਂਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਗਹਿ ਹੁੰਦਾ ਪਕੜਨਾ। ਮੈਂ ਸਾਰੇ ਦਰਾਂ ਨੂੰ ਛੱਡ ਕੇ ਹੇ ਪਰਮਾਤਮਾ ਤੁਹਾਡਾ ਦਰ ਫੜ ਲਿਆ ਹੈ। ਬਾਂਹ ਗਹੇ ਕੀ ਲਾਜ ਅਸ। ਹੁਣ ਤੁਸੀਂ ਸਾਡੀ ਬਾਂਹ ਫੜੀ ਹੋਈ ਹੈ, ਇਸੇ ਤੋਂ ਸਾਡੀ ਇੱਜ਼ਤ ਰੱਖੋ। ਲਾਜ ਅਸ, ਹੁਣ ਇੱਜ਼ਤ ਰੱਖਣਾ ਤੁਹਾਡਾ ਕੰਮ ਹੈ। ਅਸ ਹੁੰਦਾ ਹੈ। ਹੁਣ ਸਾਡੀ ਲਾਜ ਰੱਖਣਾ, ਤੁਸੀਂ ਲਾਜ ਰੱਖਣੀ ਹੈ। ਗੋਬਿੰਦ ਦਾਸ ਤੁਹਾਰ, ਕਹਿੰਦੇ ਮੈਂ ਤਾਂ ਤੁਹਾਡਾ ਦਾਸ ਹਾਂ। ਮੈਂ ਗੋਬਿੰਦ ਤੁਹਾਡਾ ਦਾਸ ਹਾਂ। ਤੁਸੀਂ ਹੁਣ ਮੇਰੀ ਬਾਂਹ ਫੜਨੀ ਹੈ ਅਤੇ ਮੇਰੀ ਲਾਜ ਰੱਖਣੀ ਹੈ, ਕਿਉਂਕਿ ਮੈਂ ਤੁਹਾਡੇ ਦਰ 'ਤੇ ਸਾਰੇ ਦਰ ਛੱਡ ਕੇ ਮੈਂ ਤੁਹਾਡੇ ਦਰ 'ਤੇ ਆ ਗਿਆ ਹਾਂ। ਸੋ ਹਮੇਸ਼ਾ ਇੱਕ ਦਰ 'ਤੇ ਹੀ ਬੈਠਣਾ ਚਾਹੀਦਾ ਹੈ, ਬਜਾਏ ਦਰ ਦਰ ਘੁੰਮਣ ਨਾਲੋਂ ਇੱਕ ਦਰ 'ਤੇ। ਮੈਂ ਦੇਖਿਆ ਕੁੱਤੇ ਵੀ ਨੇ ਜਿਹੜੇ ਦਰ ਦਰ ਫਿਰਦੇ ਨੇ, ਉਹਨਾਂ ਨੂੰ ਕੋਈ ਰੋਟੀ ਪਾਉਂਦਾ, ਕੋਈ ਨਹੀਂ ਪਾਉਂਦਾ। ਮੰਨ ਲਓ ਤੁਹਾਡੇ ਘਰ ਦੇ ਅੱਗੇ ਕੁੱਤਾ ਇੱਕ ਰੋਜ਼ ਆ ਕੇ ਬੈਠ ਜਾਂਦਾ ਹੈ। ਤੁਸੀਂ ਸੋਚੋਗੇ ਯਾਰ ਰੋਜ਼ ਆ ਕੇ ਬੈਠਦਾ, ਚਲੋ ਪਾਓ ਇਹਨੂੰ ਕੋਈ ਰੋਟੀ। ਤੁਸੀਂ ਉਹਨੂੰ ਰੋਟੀ ਪਾਤੀ, ਅਗਲੇ ਦਿਨ ਫਿਰ ਆ ਕੇ ਤੁਹਾਡੇ ਦਰ 'ਤੇ ਬਹਿਣਾ ਸ਼ੁਰੂ ਕਰ ਦਿੰਦਾ ਹੈ। ਹੌਲੀ ਹੌਲੀ ਤੁਹਾਡੇ ਘਰ ਦੀ ਰੱਖਿਆ ਸ਼ੁਰੂ ਕਰ ਦਿੰਦਾ ਹੈ। ਸੋ ਇੱਕ ਦਾ ਹੋ ਕੇ ਰਹਿਣਾ ਚਾਹੀਦਾ ਹੈ। ਜਿੱਥੇ ਕਿਸੇ ਨੇ 10 ਪਾਤੀ ਉੱਥੇ ਤੁਰ ਗਏ ਨਹੀਂ, ਇੱਕ ਦੇ ਹੋ ਕੇ ਰਹੋ। ਸੋ ਗੁਰੂ ਮਹਾਰਾਜ ਕਹਿੰਦੇ ਅਸੀਂ ਪਰਮਾਤਮਾ ਦੇ ਹਾਂ। ਸਗਲ ਦੁਆਰ ਕੋ ਛੱਡ ਕੇ, ਸਾਰੇ ਦਰਾਂ ਨੂੰ ਛੱਡ ਕੇ ਗਹਿਓ ਤੁਹਾਰੋ ਦੁਆਰ। ਅਸੀਂ ਤੁਹਾਡਾ ਦਰ ਪਕੜ ਲਿਆ ਹੈ, ਗਹਿਓ ਪਕੜ ਲਿਆ ਹੈ। ਬਾਂਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਤੁਹਾਡਾ ਦਾਸ ਹਾਂ, ਇਸ ਲਈ ਹੁਣ ਤੁਸੀਂ ਮੇਰੀ ਬਾਂਹ ਫੜੀ ਹੈ, ਇਹ ਲਾਜ ਰੱਖਣੀ ਹੈ। ਕੁਦਰਤੀ ਗੱਲ ਆਪਾਂ ਫਿਰ ਜਿਹਦੀ ਬਾਂਹ ਫੜੀਏ ਫਿਰ ਭਾਈ ਉਹਦੀ ਲਾਜ ਵੀ ਰੱਖਣੀ, ਇੱਜ਼ਤ ਵੀ ਰੱਖਣੀ ਉਸਦੀ। ਉਂਝ ਪ੍ਰਚਲਿਤ ਬਾਹੀਂ ਹੋ ਗਿਆ ਹੈ, ਕਿਉਂਕਿ ਸਾਡੀ ਆਦਤ ਇੱਕ ਨੇ ਬਾਹੀਂ ਕਹਤਾ, ਦੂਜੇ ਨੇ ਕਹਤਾ, ਤੀਜੇ ਨੇ ਕਹਤਾ, ਚੌਥੇ ਨੇ ਕਹਤਾ, ਇਸ ਤਰ੍ਹਾਂ ਕਹੀ ਜਾਂਦੇ ਹਾਂ। ਜਿਵੇਂ ਪ੍ਰਚਾਰ ਹੋ ਗਿਆ, ਹਾਂਜੀ ਸੈਨੇਟਾਈਜ਼ਰ ਹੱਥਾਂ 'ਤੇ ਲਾਓ ਜੀ, ਇਹ ਲਾਓ ਜੀ, ਲਾਓ ਜੀ, ਲਾਓ ਜੀ, ਲਾਓ ਜੀ, ਵਿਕਣਾ ਸ਼ੁਰੂ ਹੋ ਗਿਆ। ਹਾਲਾਂਕਿ ਤਾਂ ਲਾਭ ਕੋਈ ਨਹੀਂ ਹੈਗਾ, ਨੁਕਸਾਨ ਜ਼ਿਆਦਾ ਹੈ। ਇਹਦਾ ਲਾਭ ਘੱਟ ਹੈ, ਨੁਕਸਾਨ ਜ਼ਿਆਦਾ ਹੈ। ਪਰ ਉਹ ਇੱਕ ਨੇ ਕੀਤਾ, ਦੂਜੇ ਨੇ ਕੀਤਾ, ਤੀਜੇ ਨੇ ਕੀਤਾ, ਚੌਥੇ ਨੇ ਕੀਤਾ, ਡਾਕਟਰਾਂ ਦੀ ਸੁਣਦੇ ਹੀ ਨਹੀਂ ਹੈਗੇ। ਡਾਕਟਰਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਇਹ ਸਕਿਨ ਪ੍ਰੋਬਲਮ ਵੀ ਖੜੀ ਕਰ ਸਕਦਾ ਸੈਨੀਟਾਈਜ਼ਰ। ਇਹਨੂੰ ਵਾਰੀ ਵਾਰੀ ਨਹੀਂ ਹੱਥਾਂ 'ਤੇ ਲਾਉਣਾ ਚਾਹੀਦਾ। ਕਈ ਤਾਂ ਸਰੀਰ 'ਤੇ ਲਾ ਲੈਂਦੇ, ਛਿੜਕ ਲੈਂਦੇ ਨੇ। ਐਸਾ ਨਹੀਂ ਕਰਨਾ ਚਾਹੀਦਾ। ਹਰ ਇੱਕ ਚੀਜ਼ ਹਰ ਇੱਕ ਨੂੰ ਫਿੱਟ ਨਹੀਂ ਹੋਇਆ ਕਰਦੀ, ਇਹ ਯਾਦ ਰੱਖਣਾ। ਆਪਣੀ ਆਪਣੀ ਬਾਡੀ ਹੁੰਦੀ ਹੈ, ਆਪਣੀ ਆਪਣੀ ਸਕਿਨ ਚਮੜੀ ਹੁੰਦੀ ਹੈ। ਕਿਸੇ 'ਤੇ ਕੋਈ ਚੀਜ਼ ਅਸਰ ਕਰਦੀ, ਕਿਸੇ 'ਤੇ ਕੋਈ ਚੀਜ਼ ਅਸਰ ਕਰਦੀ ਹੈ। ਭੇੜ ਚਾਲ ਨਹੀਂ ਹੋਣੀ ਚਾਹੀਦੀ। ਹਾਂ, ਹੱਥ ਆਪਣੇ ਸਾਫ਼ ਰੱਖੋ, ਸਾਬਣ ਨਾਲ ਹੱਥ ਧੋ ਲਓ। ਵਾਰੀ ਵਾਰੀ ਧੋਣ ਦਾ ਕੋਈ ਫਾਇਦਾ ਨਹੀਂ ਹੁੰਦਾ, ਪਾਣੀ ਨਾਲ ਵੀ ਧੋਤੇ ਜਾ ਸਕਦੇ ਹਨ। ਹਾਂ, ਆਪਾਂ ਕਿਸੇ ਚੀਜ਼ ਨੂੰ ਹੱਥ ਲਾਇਆ, ਹੱਥ ਗੰਦੇ ਹੋ ਗਏ ਨੇ, ਫਿਰ ਹੋਰ ਗੱਲ ਹੁੰਦੀ ਹੈ। ਨਹੀਂ ਤਾਂ ਹੱਥ ਧੋਣ ਦਾ ਹੀ ਫੋਬੀਆ ਹੋ ਜਾਏਗਾ। ਇਹਨੂੰ ਫੋਬੀਆ ਕਹਿੰਦੇ ਨੇ। ਕਈਆਂ ਨੂੰ ਆਦਤ ਹੁੰਦੀ ਹੈ ਵਾਰੀ ਵਾਰੀ ਹੱਥ ਧੋਣ ਦੀ, ਉਹ ਫਿਰ ਆਦਤ ਹੀ ਬਣ ਜਾਂਦੀ ਹੈ। ਉਹ ਫਿਰ ਉਹਨੂੰ ਕਹਿੰਦੇ ਇਹਨਾਂ ਫੋਬੀਆ ਹੋ ਗਿਆ ਹੈ, ਵੀ ਹੱਥ ਹੀ ਧੋਂਦਾ ਰਹਿੰਦਾ ਹੈ। ਹਾਂਜੀ, ਸੋ ਇਹ ਵੀ ਖਿਆਲ ਰੱਖਣਾ ਕਿਤੇ ਫੋਬੀਆ ਹੀ ਨਾ ਹੋ ਜਾਏ। ਹਾਂਜੀ, ਹਰ ਇੱਕ ਚੀਜ਼ ਦੀ ਜਾਇਜ਼ ਵਰਤੋਂ ਕਰਨੀ ਚਾਹੀਦੀ ਹੈ। ਚੀਜ਼ ਵੇਚਣ ਵਾਲਿਆਂ ਨੂੰ ਤਾਂ ਐਡਵਰਟਾਈਜ਼ਮੈਂਟ ਕਰਨੀ ਹੀ ਕਰਨੀ ਹੈ। ਉਹਨੇ ਕਹੀ ਜਾਣਾ ਹੁੰਦਾ ਵੀ ਹਾਂ ਉਹਨੇ ਚੀਜ਼ ਬਣਾਈ ਹੈ, ਉਹਨੇ ਵੇਚਣੀ ਹੈ। ਸੋ ਹੇ ਪਰਮਾਤਮਾ, ਅਸੀਂ ਸਾਰਿਆਂ ਦੇ ਦਰ ਛੱਡ ਕੇ ਤੁਹਾਡਾ ਦਰ ਫੜਿਆ। ਤੁਸੀਂ ਸਾਡੀ ਬਾਂਹ ਫੜੋ ਅਤੇ ਸਾਡੀ ਲਾਜ ਰੱਖੋ। ਅੱਗੇ ਕਹਿੰਦੇ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਜਿਹੜੀ ਇਸ ਦੇ ਵਿੱਚ 6 ਪੌੜੀ ਨਾ ਸਕਦੀ, ਪਹਿਲੀਆਂ 5 ਅਤੇ ਅਖੀਰਲੀ ਪੌੜੀ। ਰਹਿ ਰਸ ਦੇ ਵਿੱਚ 6 ਹੀ ਪੌੜੀਆਂ ਨਾ ਸਕਦੀਆਂ।
ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇੱਥੇ ਸਤਿਗੁਰੂ ਪਰਮਾਤਮਾ ਤੋਂ ਭਾਵ ਹੈ। ਹੇ ਮੇਰੀ ਮਾਂ, ਮੈਨੂੰ ਪਰਮਾਤਮਾ ਮਿਲ ਗਿਆ ਹੈ, ਇਸ ਲਈ ਆਨੰਦ ਦੀ ਪ੍ਰਾਪਤੀ ਹੋ ਗਈ ਹੈ। ਉਹ ਤੋਂ ਪਹਿਲਾਂ ਖੁਸ਼ੀ ਹੁੰਦੀ ਹੈ। ਆਪਾਂ ਭਜਨ ਬੰਦਗੀ ਕਰਦੇ ਹਾਂ, ਸਾਨੂੰ ਸੁੱਖ ਮਿਲਣਗੇ, ਖੁਸ਼ੀ ਮਿਲੇਗੀ, ਪਰ ਜਿਹੜਾ ਆਨੰਦ ਹੈ ਇਹ ਓਨਾ ਚਿਰ ਨਹੀਂ ਮਿਲਦਾ ਜਿੰਨਾ ਚਿਰ ਪਰਮਾਤਮਾ ਨਹੀਂ ਮਿਲਦਾ। ਉਹ ਜਦੋਂ ਆਨੰਦ ਪ੍ਰਾਪਤ ਹੋ ਜਾਂਦਾ, ਫਿਰ ਬੰਦਾ ਦੁੱਖ ਆਓ, ਸੁੱਖ ਆਓ, ਖੁਸ਼ੀ ਆਓ, ਗਮੀ ਆਓ, ਉਹ ਇੱਕ ਸਾਰ ਰਹਿੰਦਾ ਹੈ। ਉਸ 'ਤੇ ਦੁੱਖ ਦਾ ਕੋਈ ਅਸਰ ਨਹੀਂ ਹੁੰਦਾ, ਗਮੀ ਦਾ ਕੋਈ ਅਸਰ ਨਹੀਂ, ਘਾਟੇ ਦਾ ਕੋਈ ਅਸਰ ਨਹੀਂ, ਉਹ ਇੱਕ ਸਾਰ ਰਹਿੰਦਾ, ਆਨੰਦ 'ਚ ਰਹਿੰਦਾ ਹੈ। ਉਹ ਪਰਮਾਤਮਾ ਦੀ ਪ੍ਰਾਪਤੀ ਤੋਂ ਬਾਅਦ ਹੀ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਹੇ ਮਾਤਾ, ਹੁਣ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ ਹੈ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ। ਜਦੋਂ ਕਹਿੰਦੇ ਸਹਿਜ ਸੁਭਾਅ, ਮੈਂ ਨਾਮ ਜਪੀ ਗਿਆ, ਜਪੀ ਗਿਆ, ਜਪੀ ਗਿਆ, ਜਪੀ ਗਿਆ, ਸਹਿਜ ਸੁਭਾਅ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਮੈਨੂੰ ਕੋਈ ਪੁੱਠੇ ਲਟਕਣ ਦੀ ਲੋੜ ਨਹੀਂ ਪਈ, ਕੋਈ ਦੁਖੀ ਹੋਣ ਦੀ ਲੋੜ ਨਹੀਂ ਪਈ, ਇੱਕ ਲੱਤ ਦੇ ਖਲੋਣ ਦੀ ਲੋੜ ਨਹੀਂ ਪਈ, ਭੁੱਖੇ ਰਹਿਣ ਦੀ ਲੋੜ ਨਹੀਂ ਪਈ, ਵਰਤ ਰੱਖਣ ਦੀ ਲੋੜ ਨਹੀਂ ਪਈ, ਤੀਰਥ ਇਸ਼ਨਾਨ ਕਰਨ ਦੀ ਲੋੜ ਨਹੀਂ ਪਈ। ਸਹਿਜ ਸੁਭਾਅ ਮੈਂ ਨਾਮ ਜਪਦਾ ਰਿਹਾ ਅਤੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਜਿਉਂ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਮਨ ਵੱਜੀਆਂ ਵਧਾਈਆਂ। ਅੰਦਰ ਖੁਸ਼ੀ ਦੇ ਵਾਜੇ ਵੱਜਣ ਲੱਗ ਪਏ, ਜਿਹਨੂੰ ਕਹਿੰਦੇ ਅਨਹਦ ਨਾਦ। ਅੰਦਰ ਅਨਹਦ ਨਾਦ ਵੱਜਣ ਲੱਗ ਗਏ, ਖੁਸ਼ੀ ਦੇ ਵਾਜੇ ਵੱਜਣ ਲੱਗ ਪਏ। ਕਿਉਂ? ਕਿਸੇ ਕੁਦਰਤੀ ਗੱਲ, ਆਪਾਂ ਨੂੰ ਕਿਸੇ ਚੀਜ਼ ਦੀ ਪ੍ਰਾਪਤੀ ਹੋ ਜਾਏ, ਮਨ ਖੁਸ਼ ਹੋ ਜਾਂਦਾ ਕਿ ਨਹੀਂ? ਅਤੇ ਪਰਮਾਤਮਾ ਦੀ ਪ੍ਰਾਪਤੀ ਤਾਂ ਸਭ ਤੋਂ ਵੱਡੀ ਪ੍ਰਾਪਤੀ ਹੈ। ਸੋ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਮਨ ਇਤਨਾ ਖੁਸ਼ ਹੁੰਦਾ ਹੈ। ਤਾਂ ਕਿ ਨਾਚ ਰੇ ਮਨ ਗੁਰ ਕੇ ਆਗੇ। ਇਹ ਤਾਂ ਮਨ ਫਿਰ ਨੱਚਣਾ ਸ਼ੁਰੂ ਕਰ ਦਿੰਦਾ ਹੈ। ਤੁਸੀਂ ਕਹੋ ਸਰੀਰ ਤੇ ਨੱਚਦਾ, ਮਨ ਵੀ ਨੱਚਦਾ। ਹਾਂ, ਮਨ ਵੀ ਨੱਚਣੇ ਸ਼ੁਰੂ ਕਰ ਦਿੰਦੇ ਨੇ। ਸੋ ਵਧਾਈਆਂ ਮਿਲਦੀਆਂ, ਖੁਸ਼ੀ ਦੇ ਵਾਜੇ ਵੱਜਦੇ ਨੇ, ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਤੁਹਾਡਾ ਬੱਚਾ ਪਾਸ ਹੋ ਜਾਏ, ਆਂਢੀ ਗੁਆਂਢੀ ਆ ਕੇ ਵਧਾਈਆਂ ਦਿੰਦੇ ਨੇ, ਭੈਣ ਜੀ ਵਧਾਈਆਂ, ਤੁਹਾਡਾ ਬੱਚਾ ਫਸਟ ਆਇਆ ਕਲਾਸ ਦੇ ਵਿੱਚ। ਦੂਜੇ ਵਧਾਈਆਂ ਆ ਕੇ ਦਿੰਦੇ ਨੇ। ਇਸ ਤਰ੍ਹਾਂ ਵਧਾਈਆਂ ਮਿਲਦੀਆਂ, ਖੁਸ਼ੀ ਦੇ ਵਾਜੇ ਵੱਜਦੇ ਨੇ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣਾਈਆਂ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਨਾ, ਫਿਰ ਰਾਗ ਰਤਨ, ਰਤਨ ਦੇ ਕੀਮਤੀ, ਕਿ ਰਤਨ ਹੀਰੇ ਨੂੰ ਕਹਿੰਦੇ ਨੇ, ਹੀਰਾ ਕੀਮਤੀ ਹੁੰਦਾ ਹੈ। ਇਹ ਰਾਗ ਵੀ ਜਿਹੜੇ ਨੇ ਇਹ ਬੜੇ ਸੁੰਦਰ ਨੇ। ਪਰਿਵਾਰ ਆਇਆ ਇਹਨਾਂ ਦਾ ਰਾਗਾਂ ਦਾ, ਪਰੀਆਂ ਰਾਗਨੀਆਂ ਆਈਆਂ ਨੇ, ਰਾਗ ਆਏ, ਰਾਗਨੀਆਂ ਆਈਆਂ, ਉਹਨਾਂ ਦਾ ਪਰਿਵਾਰ ਆਏ, ਸ਼ਬਦ ਗਾ ਬਣਾਈਆਂ। ਸ਼ਬਦ ਇੱਥੇ ਭਾਵ ਪਰਮਾਤਮਾ ਦੀ ਸਿਫਤ ਸਲਾਹ, ਪਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਦ ਗਾਉਣ ਆਏ ਨੇ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਮਨ ਜਿਨੀ ਵਸਾਇਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਮਨ 'ਚ ਵਸਾ ਲਿਆ ਨਾ, ਹੇ ਰਾਗੋ, ਉਹਨਾਂ ਨਾਲ ਮਿਲ ਕੇ ਤੁਸੀਂ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਓ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਹਰੀ ਦਾ ਸ਼ਬਦ ਗਾਓ, ਹਰੀ ਦੀ ਸਿਫਤ ਸਲਾਹ ਕਰੋ। ਕਿਹਨਾਂ ਨਾਲ ਰਲ ਕੇ? ਮਨ ਜਿਨੀ ਵਸਾਇਆ, ਜਿਨ੍ਹਾਂ ਨੇ ਮਨ 'ਚ ਰੱਬ ਨੂੰ ਵਸਾ ਲਿਆ, ਉਹਨਾਂ ਨਾਲ ਰਲ ਕੇ ਤੁਸੀਂ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਓ। ਬਾਣੀ ਦੇ ਗਾਇਨ ਕਰੋ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਕਹਿੰਦੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਇਸ ਲਈ ਗੁਰੂ ਮਹਾਰਾਜ ਕਹਿੰਦੇ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਇਹ ਮਨ ਮੇਰਿਆ, ਹੇ ਮੇਰਿਆ ਮਨਾ, ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਹਰੀ ਦੇ ਨਾਲ ਰਹਿ। ਹੁਣ ਹਰੀ ਦੇ ਨਾਲ ਰਹਿਣ ਦਾ ਕੀ ਢੰਗ ਹੈ? ਉਹਦਾ ਨਾਮ ਜਪੀ ਜਾਣਾ, ਵਾਹਿਗੁਰੂ 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 ਕਰਦੇ ਰਹੋ, ਸਮਝੋ ਤੁਸੀਂ ਪਰਮਾਤਮਾ ਦੇ ਨਾਲ ਹੋ।
ਸੋ ਜੇ ਤੂੰ ਹੈ ਮਨਾ, ਤੂੰ ਸਦਾ ਪਰਮਾਤਮਾ ਦੇ ਨਾਲ ਰਹਿ, ਭਾਵ ਸਦਾ ਉਹਦਾ ਨਾਮ ਜਪ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨ। ਹੇ ਮੇਰੇ ਮਨਾ, ਤੂੰ ਸਦਾ ਪਰਮਾਤਮਾ ਦੇ ਨਾਲ ਰਹਿ, ਭਾਵ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿ, ਦੁੱਖ ਸਭ ਵਿਸਾਰਨ। ਪਰਮਾਤਮਾ ਤੇਰੇ ਸਾਰੇ ਦੁੱਖ ਖਤਮ ਕਰ ਦੇਗਾ, ਵਿਸਾਰਨਾ ਤੈਨੂੰ ਭੁਲਾ ਦੇਵੇਗਾ, ਪਾ ਤੈਨੂੰ ਦੁੱਖ ਭੁੱਲ ਜਾਣਗੇ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਅੱਜ ਮਨੁੱਖ ਦੁਖੀ ਹੈ ਕਿਉਂਕਿ ਨਾਮ ਨਹੀਂ ਜਪਦਾ। ਨਾਮ ਨਾ ਜਪਣ ਕਰਕੇ ਇਹਨੂੰ ਮਗਰੋਂ ਕੋਈ ਸਪੋਰਟ ਨਹੀਂ ਮਿਲਦੀ ਹੈ, ਇਸ ਕਰਕੇ ਡਿਪਰੈਸ਼ਨ 'ਚ ਚਲੇ ਜਾਂਦਾ ਹੈ। ਇਹ ਕਹਿੰਦਾ ਮੇਰਾ ਇਸ ਸੰਸਾਰ 'ਚ ਕੋਈ ਨਹੀਂ ਹੈਗਾ, ਹੌਸਲਾ ਛੱਡ ਜਾਂਦਾ ਹੈ, ਆਤਮ ਹੱਤਿਆ ਕਰਨ ਤੱਕ ਜਾਂਦਾ ਹੈ। ਨਾਮ ਜਪੋ। ਜੇ ਤੁਸੀਂ ਨਾਮ ਜਪਦੇ ਹੋ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਪਰਮਾਤਮਾ ਮੇਰੇ ਨਾਲ ਹੈ। ਜੇ ਤੁਸੀਂ ਬਾਣੀ ਪੜ੍ਹਦੇ ਹੋ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਗੁਰੂ ਮੇਰੇ ਨਾਲ ਹੈ, ਨਾਲ ਹੈ। ਅਤੇ ਜਿਹੜਾ ਬਾਣੀ ਪੜ੍ਹਦਾ, ਨਾਮ ਜਪਦਾ, ਉਹ ਡਿਪਰੈਸ਼ਨ 'ਚ ਨਹੀਂ ਜਾ ਸਕਦਾ। ਅਤੇ ਉਹ ਜਾਂਦਾ ਹੈ, ਜੇ ਉਹ ਜਾਂਦਾ ਹੈ ਤਾਂ ਇਹਦਾ ਮਤਲਬ ਉਹਨੂੰ ਵਿਸ਼ਵਾਸ ਹੀ ਨਹੀਂ ਹੈ ਕਿ ਮੇਰਾ ਗੁਰੂ ਮੇਰੇ ਨਾਲ ਹੈ, ਮੇਰਾ ਪਰਮਾਤਮਾ ਮੇਰੇ ਨਾਲ ਹੈ। ਸਹੀ ਕੰਮ ਕਰੋ ਅਤੇ ਨਾਮ ਬਾਣੀ ਜਪੋ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਹਰ ਔਖੇ ਸਮੇਂ ਗੁਰੂ ਮਹਾਰਾਜ ਪਰਮਾਤਮਾ ਤੁਹਾਡੀ ਸਹਾਇਤਾ ਕਰਨਗੇ। ਜੇ ਆਪਾਂ ਆਪ ਹੀ ਗਲਤ ਹਾਂ ਫਿਰ ਗੱਲ ਵੱਖਰੀ ਹੈ। ਫਿਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਜਦੋਂ ਚੇਲਿਆਂ 'ਚ ਹੀ ਨੁਕਸ ਹੈ ਤਾਂ ਫਿਰ ਉੱਥੇ ਗੁਰੂ ਕੀ ਕਰੇ? ਗੁਰੂ ਮਹਾਰਾਜ ਕੀ ਕਰਨ? ਮੈਂ ਚੋਰੀਆਂ ਕਰਦਾ, ਉਂਝ ਕਥਾ ਵੀ ਕਰਦਾ, ਸਪੋਜ਼ ਕਰੋ ਪਾਠ ਵੀ ਕਰਦਾ, ਨਾਮ ਵੀ ਜਪਦਾ, ਪਰ ਨਾਲ ਚੋਰੀਆਂ ਵੀ ਕਰਦਾ, ਅਤੇ ਕਦੇ ਫੜਿਆ ਗਿਆ ਅਤੇ ਫਿਰ ਕੁੱਟ ਪਈ, ਅਤੇ ਫਿਰ ਮੈਂ ਕਹਾਂ ਜੀ ਉਹ ਜੀ ਮੈਂ ਤਾਂ ਕਥਾ ਕਰਦਾ ਸੀ ਜੀ, ਮੈਂ ਤਾਂ ਪਾਠ ਕਰਦਾ ਸੀ ਜੀ, ਮੈਂ ਤਾਂ ਪਾਠ ਸਿਖਾਉਂਦਾ ਸੀ ਜੀ, ਮੈਂ ਤਾਂ ਨਾਮ ਜਪਦਾ ਸੀ ਜੀ, ਇਹ ਮੈਨੂੰ ਪੁਲਿਸ ਨੇ ਕਿਉਂ ਫੜ ਲਿਆ? ਵੀ ਕਿੱਥੇ ਬਾਣੀ 'ਚ ਲਿਖੇ ਚੋਰੀਆਂ ਕਰੋ? ਲਿਖੇ ਕਿਤੇ? ਸਹੀ ਕਰਮ ਕਰੋ, ਸਹੀ ਕਰਮ ਕਰੋ, ਫਿਰ ਬਾਣੀ ਪੜ੍ਹੋ, ਨਾਮ ਜਪੋ, ਜ਼ਰੂਰ ਗੁਰੂ ਮਹਾਰਾਜ ਤੁਹਾਡੀ ਸਹਾਇਤਾ ਕਰਨਗੇ। ਵਿਸ਼ਵਾਸ ਰੱਖਣਾ ਹੈ। ਧਰਮ ਤਰਕ 'ਤੇ ਨਹੀਂ ਖੜ੍ਹਾ, ਧਰਮ ਵਿਸ਼ਵਾਸ 'ਤੇ ਖੜ੍ਹਾ ਹੈ। ਜੇ ਵਿਸ਼ਵਾਸ ਹੀ ਨਹੀਂ ਫਿਰ ਤੁਸੀਂ ਧਾਰਮਿਕ ਨਹੀਂ ਆਪਣੇ ਆਪ ਨੂੰ ਅਖਵਾ ਸਕਦੇ ਹਾਂ। ਧਾਰਮਿਕ ਬੰਦਾ ਉਹੀ ਹੁੰਦਾ ਜਿਹਨੂੰ ਗੁਰੂ ਦੀ ਗੱਲ 'ਤੇ 100% ਵਿਸ਼ਵਾਸ ਹੈ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਦੂਸਰੇ ਜਿਹੜੇ ਗੁਰੂ ਨੇ ਉਹ ਜੋ ਕਹਿ ਰਹੇ ਨੇ ਠੀਕ ਕਹਿ ਰਹੇ ਨੇ, ਬਾਣੀ ਜੋ ਕਹਿ ਰਹੀ ਹੈ ਠੀਕ ਕਹਿ ਰਹੀ ਹੈ। ਜਦੋਂ ਜਿਉਂ ਸਾਡਾ ਜੀਵਨ ਬਾਣੀ ਅਨੁਸਾਰ ਹੋ ਜਾਏਗਾ ਤਿਉਂ ਅਸੀਂ ਸੁਖੀ ਹੁੰਦੇ ਜਾਵਾਂਗੇ। ਅੱਜ ਅਸੀਂ ਦੁਖੀ ਹਾਂ ਕਿਉਂਕਿ ਸਾਡਾ ਜੀਵਨ ਬਾਣੀ ਦੇ ਵਿਰੁੱਧ ਜਾ ਰਿਹਾ ਹੈ। ਬਾਣੀ ਦੇ ਅਨੁਸਾਰ ਅਸੀਂ ਜੀਵਨ ਨਹੀਂ ਜਿਉਂਦੇ, ਬਾਣੀ ਦੇ ਵਿਰੁੱਧ ਜੀਵਨ ਜਿਉਂਦੇ ਹਾਂ। ਬਾਣੀ ਕਹਿੰਦੀ ਦਸਾਂ ਨੌਂ ਦੀ ਕਿਰਤ ਕਰੋ। ਹੁਣ ਆਪਣੀ ਛਾਤੀ 'ਤੇ ਹੱਥ ਰੱਖ ਕੇ ਵੇਖ ਲਓ ਕਿੰਨੇ ਕੁ ਲੋਕ ਨੇ ਜਿਹੜੇ ਦਸਾਂ ਨੌਂ ਦੀ ਕਿਰਤ ਕਰਦੇ ਨੇ। ਜਿੱਥੇ ਵੀ ਕੋਈ ਹੈ, ਜਿੰਨਾ ਵੀ ਉਹਦਾ ਜ਼ੋਰ ਚੱਲਦਾ ਹੈ, ਉਹ ਠੱਗੀ ਠੋਰੀ ਰਿਸ਼ਵਤਖੋਰੀ ਪਤਾ ਨਹੀਂ ਕਾਹਦੇ ਦੇ ਲੱਗਾ ਹੋਇਆ ਹੈ। ਜਾਂ ਫਿਰ ਮੁਸੀਬਤ ਪੈਂਦੀ ਹੈ ਫਿਰ ਇਹੋ ਜਿਹੇ ਗੁਰੂ ਕੋਈ ਨਹੀਂ ਹਾਮੀ ਭਰਦਾ। ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਹਾਮੀ ਉਦੋਂ ਭਰਦੇ ਨੇ ਜਦੋਂ ਮਨੁੱਖ ਹਰਾਮ ਦੀ ਕਮਾਈ ਨਹੀਂ ਖਾਂਦਾ। ਹਰਾਮ ਦੀ ਕਮਾਈ ਖਾਣ ਵਾਲੇ ਦੇ ਕੋਈ ਗੁਰੂ, ਕੋਈ ਪੀਰ, ਕੋਈ ਪੈਗੰਬਰ ਕੋਈ ਸਹਾਇਤਾ ਨਹੀਂ ਕਰਦਾ। ਇਸ ਲਈ ਕਰਮ ਸਹੀ ਕਰਨੇ ਚਾਹੀਦੇ ਨੇ। 3 ਗੱਲਾਂ ਦਾ ਹਮੇਸ਼ਾ ਖਿਆਲ ਰੱਖਣਾ ਧਾਰਮਿਕ ਬੰਦੇ ਨੇ। ਨੰਬਰ 1 ਦਸਾਂ ਨੌਂ ਦੀ ਕਿਰਤ ਕਰਨੀ ਹੈ। ਦੂਸਰਾ ਨਾ ਨਸ਼ਾ ਕਰਨਾ, ਨਾ ਵੇਚਣਾ ਹੈ। ਤੀਸਰਾ ਹੈ ਬਗਾਨੀ ਔਰਤ ਦੇ ਨਾਲ ਕੋਈ ਸਰੀਰਕ ਸੰਬੰਧ ਕਾਇਮ ਨਹੀਂ ਕਰਨਾ, ਨਹੀਂ ਤਾਂ ਉਹ ਤੁਹਾਨੂੰ ਜੇਲ੍ਹ ਲੈ ਜਾਏਗੀ। ਫਿਰ ਨਾ ਕਹੋ। ਕਈ ਪੈਸੇ ਲੈ ਕੇ ਕਈ ਲੋਕ ਬੜੇ ਜ਼ਬਰਦਸਤ ਹੁੰਦੇ ਨੇ, ਕਰੋੜਾਂ ਰੁਪਈਏ ਦੇ ਦਿੰਦੇ ਨੇ, ਤੂੰ ਬਾਬੇ ਫਲਾਣੇ ਬਾਬੇ ਨਜ਼ਦੀਕ ਚਲੀ ਜਾ, ਹੌਲੀ 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 ਪਿਆਰ ਵਧਾ ਲੈ, ਫਿਰ ਜਿਹੜਾ ਹੈ ਬਲਾਤਕਾਰ ਹੋ ਜਾਏਗਾ। ਬਸ ਫਿਰ ਚਲੋ ਆਪਾਂ ਫਿਰ ਥਾਣੇ ਲੈ ਚੱਲਾਂਗੇ, ਹੌਲੀ ਹੌਲੀ ਜੇਲ੍ਹ ਕਰਾ ਦਾਂਗੇ। ਐਂ ਵੀ ਸੰਭਾਵਨਾ ਹੁੰਦੀ ਹੈ। ਇਸ ਲਈ 3 ਗੱਲਾਂ ਤੋਂ ਬੜਾ ਸਾਵਧਾਨ ਰਹਿਣਾ ਹੈ। ਹਰਾਮ ਦੀ ਕਮਾਈ ਤੋਂ, ਨਸ਼ਿਆਂ ਤੋਂ ਅਤੇ ਬਗਾਨੀ ਜਨਾਨੀ ਸਰੀਰ ਸੰਬੰਧ ਤੋਂ, ਤਿੰਨਾਂ ਤੋਂ ਬਚ ਕੇ ਰਹੋ। ਤੁਹਾਨੂੰ ਕੁਛ ਨਹੀਂ ਹੁੰਦਾ, ਤੁਹਾਡਾ ਕੁਛ ਨਹੀਂ ਵਿਗੜੇਗਾ। ਆਨੰਦ ਨਾਲ ਰਹੋ ਤੁਸੀਂ, ਕਿਉਂਕਿ ਤੁਸੀਂ ਸਹੀ ਹੋ।
ਜਦੋਂ ਆਪਾਂ ਸਹੀ ਹੋਵਾਂਗੇ ਤਾਂ ਗੁਰੂ ਮਹਾਰਾਜ ਅਤੇ ਪਰਮਾਤਮਾ ਸਾਡੀ ਸਹਾਇਤਾ ਕਰਨਗੇ। ਭਾਈ ਸਾਡਾ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਬੰਦਾ ਤਾਂ ਠੀਕ ਹੈ, ਪਰ ਇਸ 'ਤੇ ਦੂਸ਼ਣ ਲਾ ਦਿੱਤੇ ਗਏ ਨੇ। ਉਂਝ ਗਏ ਪਰਮਾਤਮਾ ਸਹਾਇਤਾ ਕਰੇਗਾ। ਸੋ ਵਿਸ਼ਵਾਸ ਲਿਆਉਣਾ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਇੱਕ ਤਾਂ ਇਹ ਫਾਇਦਾ ਹੈ ਵੀ ਦੁੱਖ ਖਤਮ ਹੋ ਜਾਣਗੇ। ਦੂਸਰਾ, ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਅੰਗੀਕਾਰ ਦਾ ਸਹਾਇਤਾ ਕਰਨਾ, ਉਹ ਤੇਰੀ ਸਹਾਇਤਾ ਕਰੇਗਾ। ਦੋ ਗੱਲਾਂ ਹੋ ਗਈਆਂ। ਤੀਸਰਾ, ਕਾਰਜ ਸਭ ਸਵਾਰਨਾ, ਤੇਰੇ ਸਾਰੇ ਕਾਰਜਾਂ ਨੂੰ ਸਵਾਰ ਦੇਵੇਗਾ। ਨਾਮ ਹੀ ਜਪਣਾ, ਵਾਹਿਗੁਰੂ ਵਾਹਿਗੁਰੂ ਹੀ ਕਰਨਾ। ਬਾਣੀ ਪੜ੍ਹ ਲਓ ਜਾਂ ਨਾਮ ਜਪ ਲਓ, ਫਿਰ ਦੇਖੋ ਫਾਇਦੇ, ਫਿਰ ਦੇਖੋ ਕਿੰਨੇ ਹੁੰਦੇ ਨੇ। ਪਰਮਾਤਮਾ ਨਾਲ ਰਹੇਗਾ, ਦੁੱਖ ਦੂਰ ਹੋ ਜਾਣਗੇ, ਉਹ ਤੁਹਾਡੀ ਸਹਾਇਤਾ ਕਰੇਗਾ, ਤੁਹਾਡੇ ਸਾਰੇ ਕਾਰਜ ਸਵਾਰੇਗਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕੈ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਹੇ ਮਨ, ਪਰਮਾਤਮਾ ਸਾਰੀਆਂ ਗੱਲਾਂ ਦੇ ਸਮਰੱਥ ਹੈ। ਪਰਮਾਤਮਾ ਹਰ ਇੱਕ ਚੀਜ਼ ਕਰ ਸਕਦਾ ਹੈ। ਆਪਾਂ ਤਾਂ ਕਈ ਕੰਮ ਕਰ ਹੀ ਨਹੀਂ ਸਕਦੇ, ਪਰਮਾਤਮਾ ਸਭ ਕੁਝ ਕਰ ਸਕਦਾ, ਉਹ ਸਮਰੱਥ ਹੈ। ਸੋ ਕੈ ਮਨੋ ਵਿਸਾਰੇ। ਹੇ ਇਨਸਾਨ, ਤੂੰ ਉਹਨੂੰ ਮਨੋਂ ਕਿਉਂ ਭੁਲਾਉਂਦਾ ਹੈ? ਵਿਸਾਰੇ, ਰੇ ਬੋਲਣਾ ਇਸਨੂੰ, ਵਿਸਾਰੇ ਨਹੀਂ, ਵਿਸਾਰੇ। ਕਿਉਂਕਿ ਇਹ ਮਨ ਮੇਰੇ, ਮਨ ਨਾਲ ਗੱਲ ਹੋ ਰਹੀ ਹੈ। ਜਦੋਂ ਕਿਸੇ ਦੇ ਨਾਲ ਗੱਲ ਹੋ ਰਹੀ ਤਾਂ ਕਿਰਿਆ ਨਕਰੇ ਬੋਲੀ ਜਾਂਦੀ ਹੈ। ਜਿਵੇਂ ਤੂੰ ਜਾਂਦਾ ਹੈ, ਤੂੰ ਰੋਟੀ ਖਾਂਦਾ ਹੈ, ਤੂੰ ਗੱਲਾਂ ਕਰਦਾ ਹੈ, ਤੂੰ ਸੈਰ ਕਰਦਾ ਹੈ, ਸਿੱਧੀ ਨਾਲ ਗੱਲ ਹੋ ਰਹੀ, ਉਦੋਂ ਫਿਰ ਬਿੰਦੀ ਲੱਗੇਗੀ। ਵਿਸਾਰੇ, ਸੋ ਕੈ ਮਨੋ ਵਿਸਾਰੇ। ਉਹ ਪਰਮਾਤਮਾ ਜੋ ਹਰ ਇੱਕ ਚੀਜ਼ ਦੇ ਸਮਰੱਥ ਹੈ, ਉਸ ਨੂੰ ਤੂੰ ਮਨੋਂ ਕਿਉਂ ਭੁਲਾਉਂਦਾ ਹੈ? ਪਰ ਉਸ ਨੂੰ ਮਨੋਂ ਨਹੀਂ ਵਿਸਾਰਨਾ ਚਾਹੀਦਾ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਗੁਰੂ ਮਹਾਰਾਜ ਕਹੇ, ਹੇ ਮੇਰੇ ਮਨ, ਤੂੰ ਸਦਾ ਹੀ ਪਰਮਾਤਮਾ ਦੇ ਨਾਲ ਰਹਿ, ਉਹਦਾ ਨਾਮ ਜਪਦਾ ਰਹਿ, ਇਹੀ ਉਹਦੇ ਨਾਲ ਰਹਿਣਾ ਹੈ। ਜਦੋਂ ਅਸੀਂ ਨਾਮ ਨਹੀਂ ਜਪਦੇ, ਰੱਬ ਨੂੰ ਯਾਦ ਨਹੀਂ ਕਰਦੇ, ਅਸੀਂ ਉਸ ਤੋਂ ਦੂਰ ਹੁੰਦੇ ਜਾਂਦੇ ਹਾਂ। ਜਿਉਂ-ਜਿਉਂ ਰੱਬ ਤੋਂ ਦੂਰ ਹੁੰਦੇ ਹਾਂ, ਤਿਉਂ ਸਾਡੇ ਦੁੱਖ ਵੱਧਦੇ ਜਾਂਦੇ ਹਨ। ਜਿਵੇਂ ਪਹਾੜ ਤੋਂ ਦੂਰ ਚਲੇ ਜਾਓ, ਗਰਮੀ ਵੱਧ ਜਾਂਦੀ ਹੈ। ਜਿਉਂ-ਜਿਉਂ ਪਹਾੜ ਦੇ ਨੇੜੇ ਹੁੰਦੇ, ਠੰਡ ਵੱਧਦੀ ਹੈ। ਹੁੰਦੀ ਕਿ ਕਦੇ ਗਏ ਨਾ ਪਹਾੜਾਂ 'ਤੇ? ਹੁਣ ਸ਼ਿਮਲੇ ਜਾਣਾ ਹੈ, ਜਿਉਂ-ਜਿਉਂ ਸ਼ਿਮਲੇ ਦੇ ਨੇੜੇ ਜਾਈ ਜਾਓਗੇ, ਠੰਡ ਵੱਧਦੀ ਜਾਏਗੀ। ਜਿਉਂ-ਜਿਉਂ ਪਹਾੜਾਂ ਤੋਂ ਹੇਠਾਂ ਉਤਰਦੇ ਜਾਓਗੇ, ਗਰਮੀ ਵੱਧਦੀ ਜਾਵੇਗੀ। ਇਸ ਲਈ ਜਿਉਂ-ਜਿਉਂ ਅਸੀਂ ਪਰਮਾਤਮਾ ਨਜ਼ਦੀਕ ਜਾਵਾਂਗੇ, ਸਾਨੂੰ ਸ਼ਾਂਤੀ ਮਿਲੇਗੀ, ਮਨ ਨੂੰ ਠੰਡ ਮਿਲੇਗੀ। ਜਿਉਂ ਦੂਰ ਜਾਵਾਂਗੇ, ਦੁੱਖ ਮਿਲ ਗਏ, ਮੁਸੀਬਤ ਮਿਲੇਗੀ। ਇਹ ਤੁਹਾਡੀ ਮਰਜ਼ੀ ਹੈ। ਸੁਖੀ ਰਹਿਣਾ ਕਿ ਦੁਖੀ ਰਹਿਣਾ? ਸੁਖੀ ਸਾਰੇ ਰਹਿਣਾ ਚਾਹੁੰਦੇ ਨੇ, ਪਰ ਜੋ ਗੁਰੂ ਮਹਾਰਾਜ ਢੰਗ ਦੱਸਦੇ ਨੇ, ਉਹ ਲੋਕ ਅਪਣਾਉਂਦੇ ਨਹੀਂ ਹੈਗੇ। ਇਸ ਲਈ ਗਿਆਨ ਹੋਣ ਦੇ ਬਾਵਜੂਦ ਦੁਖੀ ਦੇ ਦੁਖੀ ਰਹਿੰਦੇ ਨੇ। ਗਿਆਨ ਹੋ ਗਿਆ ਕਿ ਨਾਮ ਜਪ ਕੇ ਸੁਖੀ ਹੋਇਆ ਜਾ ਸਕਦਾ ਹੈ, ਨਾਮ ਜਪਣ ਲਈ ਕੋਈ ਤਿਆਰ ਨਹੀਂ ਹੈਗਾ, ਇਸ ਲਈ ਦੁੱਖ ਖੜ੍ਹਾ। ਹੁਣ ਦੁੱਖ ਕਿਵੇਂ ਦੂਰ ਹੋ? ਤਾਂ ਖੜ੍ਹਾ। ਸੋ ਇਸ ਲਈ ਕਿਹਾ, ਤੂੰ ਹਮੇਸ਼ਾ ਪਰਮਾਤਮਾ ਦੇ ਨਾਲ ਰਹੋ। ਸਾਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ। ਇਹਨੂੰ ਦੇਹ ਪੜ੍ਹਨਾ, ਦੱਦੇ ਨੂੰ ਲਾਉਣ ਨਾਲ ਬਿੰਦੀ ਲਾ ਕੇ, ਕਿਉਂਕਿ ਪਰਮਾਤਮਾ ਨਾਲ ਗੱਲ ਹੋ ਰਹੀ ਹੈ। ਸਾਚੇ ਸਾਹਿਬਾ, ਹੇ ਸੱਚੇ ਪਰਮਾਤਮਾ, ਪਰਮਾਤਮਾ ਨਾਲ ਗੱਲ ਹੋ ਰਹੀ ਹੈ। ਇਸ ਲਈ ਦੇਹ ਦੱਦੇ ਨੂੰ ਲਾਉਣ ਨਾਲ ਬਿੰਦੀ ਹਾਹਾ। ਜਦੋਂ ਹਾਹੇ ਤੋਂ ਪਹਿਲੇ ਅੱਖ ਨੂੰ ਲਾਉਣ ਲੱਗੀ ਹੋਵੇ ਤਾਂ ਹਾਹੇ ਨੂੰ ਲੱਗੀ ਹੋਈ ਸਿਹਾਰੀ ਨਹੀਂ ਬੋਲਦੀ। ਇਹਨੂੰ ਦੇਹ ਨਹੀਂ ਪੜ੍ਹਨਾ, ਇਸ ਨੂੰ ਦੇਹ ਐ ਨਹੀਂ ਪੜ੍ਹਨਾ। ਦੇਹ ਕਰਤਾ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ। ਕਹਿੰਦੇ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ। ਹੇ ਸੱਚੇ ਪਰਮਾਤਮਾ, ਤੇਰੇ ਘਰ 'ਚ ਕੀ ਨਹੀਂ?
ਭਾਵ ਤੇਰੇ ਘਰ 'ਚ ਸਭ ਕੁਛ ਹੈ, ਸਭ ਕੁਛ ਹੈ। ਕਰਤਾ ਤੇਰੇ ਸਭ ਕੁਛ ਹੈ ਤਾਂ ਤੇਰੇ ਕੋਲ ਸਾਰਾ ਕੁਝ ਹੈ। ਜਿਸ ਦੇਹ ਸੋ ਪਾਵੇ, ਪਰ ਜਿਸ ਨੂੰ ਤੂੰ ਦਾਤ ਦਿੰਨਾ ਨਾ ਉਹਨੂੰ ਚੀਜ਼ ਮਿਲਦੀ ਹੈ। ਇਹ ਨਾਮ ਹੈ ਦਾਤੇ ਕੋਲੇ, ਨਾਮ ਦੀ ਦਾਤ ਜਿਸ ਨੂੰ ਦਿੰਦਾ ਉਸ ਨੂੰ ਮਿਲਦੀ ਹੈ। ਪਰਮਾਤਮਾ ਕੋਲੇ ਹੈ ਤੇ ਸਭ ਕੁਛ, ਪਰ ਮਨੁੱਖ ਨੂੰ ਉਹੀ ਕੁਛ ਮਿਲਦਾ ਜੋ ਪਰਮਾਤਮਾ ਦਿੰਦਾ ਹੈ। ਉਹੀ ਕੁਛ ਮਿਲਦਾ ਹੈ ਜੋ ਪਰਮਾਤਮਾ ਦਿੰਦਾ ਹੈ। ਪਰਮਾਤਮਾ ਸਾਡੀ ਕਿਸਮਤ ਅਨੁਸਾਰ ਫਿਰ ਸਾਨੂੰ ਦਿੰਦਾ ਹੈ। ਹੁਣ ਕਈਆਂ ਦੇ ਭਾਗਾਂ 'ਚ ਗਰੀਬੀ ਲਿਖੀ ਹੁੰਦੀ ਹੈ। ਇੱਕ ਵਾਰੀ ਸ਼ਿਵ ਜੀ ਪਾਰਵਤੀ ਆਕਾਸ਼ 'ਚ ਜਾ ਰਹੇ ਨੇ, ਇੱਕ ਬਹੁਤ ਗਰੀਬ ਜਿਹਾ ਬੰਦਾ ਜਾ ਰਿਹਾ ਹੈ। ਪਾਰਵਤੀ ਕਹਿੰਦੀ ਸਵਾਮੀ ਜੀ ਦੇਖੋ ਕਿੰਨਾ ਵਿਚਾਰਾ ਗਰੀਬ ਬੰਦਾ ਹੈਗਾ, ਪੈਰੋਂ ਨੰਗਾ, ਜੁੱਤੀ ਵੀ ਨਹੀਂ ਹੈਗੀ, ਮੈਲੇ ਕੁਚਲੇ ਕੱਪੜੇ ਨੇ, ਤੁਸੀਂ ਮਾਲਕ ਹੋ, ਤੁਸੀਂ ਇਹਨੂੰ ਅਮੀਰ ਕਰ ਦਿਓ। ਕਹਿੰਦੇ ਪਾਰਵਤੀ ਇਹਦੇ ਭਾਗਾਂ 'ਚ ਗਰੀਬੀ ਲਿਖੀ ਹੋਈ ਹੈ। ਨਹੀਂ ਜੀ ਕੁਛ ਤੇ ਕਰੋ, ਬੀਬੀਆਂ ਦਿਆਲੂ ਹੁੰਦੀਆਂ ਨੇ। ਕਿ ਅੱਛਾ। ਉਹ ਜਿੱਥੇ ਜਾ ਰਿਹਾ ਸੀ ਨਾ ਪੈਦਲ, ਉਦੋਂ ਥੋੜ੍ਹੇ ਅੱਗੇ ਪੁਲ ਸੀ ਇੱਕ, ਤਾਂ ਸ਼ਿਵ ਜੀ ਮਹਾਰਾਜ ਨੇ ਪੁਲ ਦੇ ਉੱਤੇ ਜਿਹੜਾ ਹੈ ਹੀਰੇ ਜਵਾਹਰਾਤ ਮੋਤੀ ਇਹ ਵਿਛਾਤੇ, 25-30 ਕਦਮਾਂ ਦੇ ਵਿੱਚ ਇਸ ਤਰ੍ਹਾਂ ਵਿਛਾਤੇ। ਕਹਿੰਦੇ ਲੈ ਦੇਖ ਲੈ ਹੁਣ ਇਹ ਚੱਕਦਾ ਕਿ ਨਹੀਂ ਚੱਕਦਾ ਹੈ। ਅਜੇ ਪੁਲ ਤੋਂ ਥੋੜ੍ਹੀ ਦੂਰ ਹੀ ਹੈ, ਮਨ 'ਚ ਸੋਚਦਾ ਹੈ ਵੀ ਇਹ ਪੁਲ ਤੰਗ ਹੈ, ਮੈਂ ਦੇਖਾਂ ਭਲਾ ਮੈਂ ਅੱਖਾਂ ਬੰਦ ਕਰਕੇ ਪੁਲ ਲੰਘ ਸਕਦਾ। ਅੱਖਾਂ ਬੰਦ ਕਰ ਲਈਆਂ ਅਤੇ ਅੰਦਾਜ਼ੇ ਨਾਲ ਤੁਰਿਆ ਜਾ ਰਿਹਾ। ਹੁਣ ਪੈਰ ਨੰਗੇ ਨੇ, ਹੇਠਾਂ ਹੀਰੇ ਜਵਾਹਰਾਤ ਲਾਲ ਮੋਤੀ ਉਹ ਪੈਰਾਂ ਨੂੰ ਚੁੱਭਦੇ ਨੇ। ਕਹਿੰਦਾ ਬੜੇ ਰੋੜ ਨੇ ਇੱਥੇ, ਅਤੇ ਅੱਖਾਂ ਬੰਦ ਕਰਕੇ ਲੰਘ ਗਿਆ ਹੈ। ਅੱਗੇ ਜਾ ਖੋਲ੍ਹੀ, ਕਹਿੰਦਾ ਹਾਂ ਮੈਂ ਅੱਖਾਂ ਬੰਦ ਕਰਕੇ ਪੁਲ ਲੰਘ ਆਇਆ। ਕਹਿੰਦੇ ਦੇਖ ਪਾਰਵਤੀ ਤੂੰ ਕਿਹਾ ਇਹਦੀ ਗਰੀਬੀ ਦੂਰ ਕਰ ਦੋ, ਮੈਂ ਹੀਰੇ ਮੋਤੀ ਰਾਹ 'ਚ ਵਿਛਾਤੇ ਸੀ, ਇਹਦੇ ਭਾਗਾਂ ਗਰੀਬੀ ਲਿਖੀ ਸੀ, ਇੱਥੇ ਆ ਕੇ ਨੇ ਅੱਖਾਂ ਬੰਦ ਕਰ ਲਈ। ਸੋ ਇਸ ਲਈ ਪਰਮਾਤਮਾ ਕੋਲ ਹੈ ਤੇ ਸਭ ਕੁਛ ਹੈ, ਪਰ ਇਸ ਜੀਵ ਨੂੰ ਮਿਲਦਾ ਉਹੀ ਹੈ ਜਿੰਨਾ ਕਿ ਲਿਖਾ ਕੇ ਲਿਆ ਹੋਇਆ ਹੈ। ਸੰਸਾਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ, ਕਿਸੇ ਚੀਜ਼ ਦੀ ਕਮੀ ਨਹੀਂ। ਹੁਣ ਪੰਜਾਬ ਦੇ ਕੋਲ ਇਤਨਾ ਅਨਾਜ ਹੈ ਕਿ ਪੰਜਾਬ ਜਿੰਨਾ ਅਨਾਜ ਹੁੰਦਾ ਨਾ, ਜੇ ਪੰਜਾਬ ਦੇ ਸਾਰੇ ਲੋਕਾਂ 'ਚ ਇੱਕ ਸਾਰ ਵੰਡ ਦਿੱਤਾ ਜਾਏ ਨਾ, ਸਾਰਾ ਹਰ ਇੱਕ ਦੇ ਹਿੱਸੇ 10-10 ਕੁਇੰਟਲ ਅਨਾਜ ਆਉਂਦਾ ਹੈ। 10-10 ਕੁਇੰਟਲ ਇੰਨਾ ਅਨਾਜ ਹੈ। ਪਰ ਕਿੰਨੇ ਹੀ ਲੋਕ ਕਰੋਨਾ ਸਮੇਂ ਦੇ ਭੁੱਖੇ ਰਹਿ ਗਏ। ਜਿਹੜਾ ਆਇਆ ਉਹ ਇਹਨਾਂ ਵੱਡੇ ਲੋਕਾਂ ਨੇ ਦਬ ਲਿਆ, ਅੱਗੇ ਲੋਕਾਂ 'ਚ ਵੰਡਿਆ ਹੀ ਨਹੀਂ ਹੈਗਾ। ਇੱਕ ਨੂੰ ਪੁੱਛਿਆ ਮੈਂ ਤੁਸੀਂ ਦੇ ਨਹੀਂ ਰਹੇ ਅਨਾਜ ਇਹਨਾਂ ਨੂੰ, ਤੁਹਾਡੇ ਕੋਲ ਅਨਾਜ ਹੈ? ਕਹਿਣ ਜੀ ਇਹਨਾਂ ਦੀ ਕਿਹੜੇ ਸਾਡੇ ਵੋਟਾਂ ਬਣੀਆਂ ਹੋਈਆਂ, ਇਹ ਤਾਂ ਬਾਹਰਲੀਆਂ ਸਟੇਟਾਂ ਦੇ ਨੇ, ਇਹਨਾਂ ਦੀ ਵੋਟ ਤਾਂ ਆਪਣੀ ਸਟੇਟ 'ਚ ਬਣੀ ਹੋਈ ਹੈ, ਵੋਟ ਤਾਂ ਇਹਨਾਂ ਨੇ ਜਗ੍ਹਾ ਉੱਥੇ ਪਾਉਣੀ ਹੈ, ਇਹਨਾਂ ਕੰਨ ਕਿਹੜਾ ਸਾਨੂੰ ਵੋਟ ਪਾਉਣੀ ਹੈ ਵੀ ਅਸੀਂ ਇਹਨੂੰ ਅਨਾਜ ਦਈਏ, ਲੈ ਐਂ ਦਿੱਤਾ ਹੀ ਨਹੀਂ ਹੈਗਾ। ਸੋ ਇਸ ਲਈ ਉਹੀ ਕੁਛ ਹੀ ਮਿਲਣਾ ਜੋ ਤੁਸੀਂ ਲਿਖਾ ਲਿਆ, ਬਾਕੀ ਕਮੀ ਕਿਸੇ ਚੀਜ਼ ਦੀ ਨਹੀਂ ਹੈਗੀ। ਤਾਂ ਕਹਿੰਦੇ ਹੇ ਪਰਮਾਤਮਾ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਹੈ ਤਾਂ ਤੇਰੇ ਕੋਲ ਸਭ ਕੁਛ, ਪਰ ਜਿਸ ਨੂੰ ਤੂੰ ਦਿੰਦਾ ਹੈ ਉਹੀ ਪਾਉਂਦਾ ਹੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਫਿਰ ਜਿਸ ਨੂੰ ਨਾਮ ਦੀ ਤੂੰ ਦਾਤ ਦੇ ਦੇਣਾ, ਜਿਸ ਨੂੰ ਤੂੰ ਆਪਣੀ ਸਿਫਤ ਸਲਾਹ ਦੀ ਦਾਤ ਦੇ ਦੇਣਾ, ਉਹ ਫਿਰ ਤੇਰੀ ਸਿਫਤ ਸਲਾਹ ਕਰਦਾ ਅਤੇ ਤੇਰੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਨਾਮ ਜਿਨ ਕੇ ਮਨ ਵਸਿਆ, ਜਿਨ੍ਹਾਂ ਦੇ ਮਨ 'ਚ ਵਸ ਜਾਏਗਾ ਨਾ। ਅਜੇ ਤਾਂ ਅਸੀਂ ਨਾਮ ਜਪਦੇ ਹਾਂ, ਨਾਮ ਅੰਦਰ ਵਸ ਨਹੀਂ ਰਿਹਾ। ਜੇ ਬਾਣੀ ਪੜ੍ਹਨਾ ਹੋਰ ਗੱਲ ਹੈ, ਬਾਣੀ ਦਾ ਹਿਰਦੇ 'ਚ ਵਸਣਾ ਹੋਰ ਗੱਲ ਹੈ। ਨਾਮ ਜਪਣਾ ਹੋਰ ਗੱਲ ਹੈ, ਨਾਮ ਦਾ ਹਿਰਦੇ 'ਚ ਵਸਣਾ ਹੋਰ ਗੱਲ ਹੈ। ਹਿਰਦੇ 'ਚ ਉਦੋਂ ਵਸਦਾ ਜਦੋਂ ਮਨ ਕਰਕੇ ਨਾਮ ਜਪਿਆ ਜਾਏਗਾ। ਕਈ ਵਾਰੀ ਜੀਭ 'ਤੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੁੰਦੇ, ਮਨ ਬਾਜ਼ਾਰ 'ਚ ਰਸਗੁੱਲੇ ਖਾ ਰਿਹਾ ਹੁੰਦਾ, ਹੁਣ ਉੱਥੇ ਜੀਭ ਕਿਆ ਕਰੇ।
ਜੀਵ ਤੇ ਆਪਣਾ ਕੰਮ ਕਰ ਰਹੀ ਹੈ, ਉਹ ਤੇ ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ, ਉਹ ਤੇ ਪਵਿੱਤਰ ਹੋ ਰਹੀ ਹੈ। ਪਰ ਜਿਸ ਨੇ ਸੁਣਨਾ ਸੀ, ਸੁਣਨਾ ਤੇ ਮਨ ਨੇ ਹੈ, ਮਨ ਨੇ ਨਾਮ ਸੁਣਨਾ ਸੀ, ਉਹ ਬਾਜ਼ਾਰ 'ਚ ਰਸਗੁੱਲੇ ਖਾ ਰਿਹਾ। ਇਸ ਦੀ ਗੱਲ ਕੋਈ ਬਣੀ ਨਾ, ਇਹ ਮਨ 'ਚ ਤਾਂ ਵਸਿਆ ਨਾ। ਮਨ 'ਚ ਤਾਂ ਵਸਦਾ ਜੇ ਮਨ ਸੁਣਦਾ, ਤੇ ਮਨ ਤਾਂ ਬਾਜ਼ਾਰ 'ਚ ਗੇੜੇ ਲਾ ਰਿਹਾ ਹੈ। ਜਿਨ੍ਹਾਂ ਦੇ ਮਨ 'ਚ ਫਿਰ ਪਰਮਾਤਮਾ ਦਾ ਨਾਮ ਵਸ ਜਾਂਦਾ ਨਾ, ਵਾਜੇ ਸ਼ਬਦ ਘਨੇਰੇ, ਉਹਨਾਂ ਦੇ ਅੰਦਰ ਬੇਅੰਤ ਅਨਹਦ ਨਾਦ ਵੱਜਣੇ ਸ਼ੁਰੂ ਹੁੰਦੇ ਨੇ। ਖੁਸ਼ੀ ਦੇ ਗੀਤ, ਸਿਫਤ ਸਲਾਹ ਦੇ ਗੀਤ ਉਹਨਾਂ ਦੇ ਅੰਦਰ ਵੱਜਣੇ ਸ਼ੁਰੂ ਹੁੰਦੇ ਨੇ, ਸੰਗੀਤ ਵੱਜਣੇ ਸ਼ੁਰੂ ਹੁੰਦੇ, ਆਨੰਦ ਨਾਦ ਵੱਜਣਾ ਸ਼ੁਰੂ ਹੁੰਦਾ ਹੈ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹੇ। ਹੇ ਪਰਮਾਤਮਾ, ਗੁਰੂ ਮਹਾਰਾਜ ਕਹਿੰਦੇ ਕਹੈ ਨਾਨਕ, ਗੁਰੂ ਮਹਾਰਾਜ ਕਹਿੰਦੇ ਸੱਚੇ ਸਾਹਿਬ, ਹੇ ਸੱਚੇ ਪਰਮਾਤਮਾ, ਹੇ ਸਦਾ ਰਹਿਣ ਵਾਲੇ ਪ੍ਰਭੂ, ਕਿਆ ਨਾਹੀ ਕਰਤੇ ਰਹੇ। ਤੇਰੇ ਘਰ 'ਚ ਕੀ ਨਹੀਂ ਹੈ? ਭਾਵ ਤੇਰੇ ਘਰ ਵਿੱਚ ਸਭ ਕੁਝ ਹੈ, ਬਸ ਇੰਨੇ ਮਿਲਦਾ ਉਹ ਨਹੀਂ ਹੈ ਜਿੰਨਾ ਪਰਮਾਤਮਾ ਦਿੰਦਾ ਹੈ। ਸਭ ਕੁਛ ਉਹਦੇ ਕੋਲ ਹੈ। ਉਹ ਕਿਸੇ ਨੂੰ ਵੱਧ ਦੇ ਦਿੰਦਾ, ਕਿਸੇ ਨੂੰ ਘੱਟ ਦੇ ਦਿੰਦਾ। ਉਹ ਚੰਗਾ ਪਰਮਾਤਮਾ। ਬੰਦਾ ਸੋਚਦਾ ਕਿਸੇ ਨੂੰ ਵੱਧ ਦੇ ਦਿੱਤਾ, ਕਿਸੇ ਨੂੰ ਘੱਟ ਦੇ ਦਿੱਤਾ, ਉਹ ਪਰਮਾਤਮਾ ਥੋੜ੍ਹਾ ਤਾਂ ਸਾਡੇ ਵਰਗਾ ਹੋਇਆ ਨਹੀਂ। ਉਹ ਕਹਿੰਦਾ ਮੈਂ ਤਾਂ ਤੁਹਾਡੀ ਕਿਸਮਤ ਵੇਖ ਕੇ ਤੁਹਾਨੂੰ ਦੇ ਰਿਹਾ। ਜਿਹੇ ਜਿਹੇ ਤੁਸੀਂ ਪਿਛਲੇ ਜਨਮਾਂ 'ਚ ਕਰਮ ਕੀਤੇ, ਉਹ ਤੁਹਾਡੀ ਬਣ ਗਈ ਕਿਸਮਤ। ਬਸ ਉਹ ਕਿਸਮਤ ਅਨੁਸਾਰ ਹੀ ਤੁਹਾਨੂੰ ਮਿਲਣਾ। ਕਈ ਅਮੀਰੀ ਲਿਖਾ ਕੇ ਲੈ ਹੁੰਦੇ ਨੇ, ਉਹ ਅਮੀਰ ਹੋ ਜਾਂਦੇ ਨੇ। ਕਈ ਗਰੀਬੀ ਲਿਖਾ ਕੇ ਲੈ, ਗਰੀਬ ਹੋ ਜਾਂਦੇ ਨੇ। ਜਿਵੇਂ ਇੱਕ ਬੰਦੇ 2 ਪੁੱਤਰ ਸਨ, ਭਲਾ ਜ਼ਮਾਨਾ ਸੀ। ਉਹ ਜ਼ਮਾਨੇ ਦੋਨਾਂ ਨੂੰ 1-1 ਲੱਖ ਰੁਪਈਆ ਪਿਤਾ ਨੇ ਦਿੱਤਾ, ਲਓ ਭਾਈ ਕੋਈ ਕੰਮ ਕਰ ਲਓ ਤੁਸੀਂ ਆਪਣਾ। ਇੱਕ ਨੇ ਤਾਂ ਦੁਕਾਨ ਪਾ ਲਈ, ਸੌਦਾ ਪਾ ਲਿਆ, ਦੁਕਾਨ ਪਾ ਲਈ। ਦੂਜਾ ਜਿਹੜਾ ਹੈ ਉਹ ਨਸ਼ੇ ਕਰਨ ਲੱਗ ਪਿਆ ਹੈ। ਉਹਨੇ ਕੁਝ ਸਾਲਾਂ 'ਚ ਲੱਖ ਦਾ ਲੱਖ ਨਸ਼ਿਆਂ ਦੇ ਵਿੱਚ ਉਜਾੜ ਦਿੱਤਾ ਹੈ। ਦੂਸਰਾ ਜਿਹੜਾ ਹੈ ਉਹਨੇ ਦੁਕਾਨ ਪਾ ਕੇ ਉਹ 1 ਲੱਖ ਤੋਂ 2 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਹੁਣ ਬਾਪ ਕੀ ਕਰੇ? ਬਾਪ ਨੇ ਤਾਂ ਦੋਨਾਂ ਨੂੰ 1-1 ਲੱਖ ਰੁਪਇਆ ਦਿੱਤਾ। ਇੱਕ ਨੇ ਉਹਦੀ ਸਹੀ ਵਰਤੋਂ ਕੀਤੀ, ਇੱਕ ਨੇ ਉਹਦੀ ਗਲਤ ਵਰਤੋਂ ਕੀਤੀ। ਜਿਹਨੇ ਸਹੀ ਵਰਤੋਂ ਕੀਤੀ ਉਹ ਅਮੀਰ ਹੋ ਗਿਆ, ਜਿਹਨੇ ਗਲਤ ਵਰਤੋਂ ਕੀਤੀ ਉਹ ਗਰੀਬ ਹੋ ਗਿਆ। ਇਹੀ ਪਰਮਾਤਮਾ ਹੈ, ਉਹ ਦੇ ਤੇ ਸਭ ਨੂੰ ਰਿਹਾ ਹੈ। ਅੱਗੋਂ ਅਸੀਂ ਹੀ ਇਹੋ ਜਿਹੇ ਹਾਂ, ਅਸੀਂ ਹੀ ਇਹੋ ਜਿਹੇ ਹਾਂ। ਉਹਦੀ ਦਾਤ ਸਾਨੂੰ ਵਰਤਣੀ ਹੀ ਨਹੀਂ ਆਉਂਦੀ। ਅਸੀਂ ਗਲਤ ਤਰੀਕੇ ਨਾਲ ਜੋ ਕੁਛ ਸਾਨੂੰ ਦਾਤਾ ਨੇ ਦਿੱਤਾ ਉਹਨੂੰ ਗਲਤ ਤਰੀਕੇ ਨਾਲ ਵਰਤਦੇ ਹਾਂ। ਇਸ ਲਈ ਅਸੀਂ ਗਰੀਬ ਹੋ ਜਾਂਦੇ ਹਾਂ ਅਤੇ ਦੁਖੀ ਹੋ ਜਾਂਦੇ ਹਾਂ। ਹੁਣ ਪਰਮਾਤਮਾ ਨੇ ਪੈਸਾ ਦਿੱਤਾ ਹੈ। ਕਈ ਇਲਾਕਿਆਂ 'ਚ ਨਾ ਕੰਪਨੀਆਂ ਵਾਲੇ ਜਾਂ ਸਰਕਾਰ ਜ਼ਮੀਨ ਖਰੀਦ ਲੈਂਦੀ ਹੈ, ਉੱਥੇ ਕੋਈ ਨਗਰ ਵਸਾਉਣਾ ਹੁੰਦਾ ਹੈ, ਬਹੁਤ ਪੈਸੇ ਦੇ ਦਿੰਦੀ ਹੈ। ਮੰਨ ਲਓ ਉਦੋਂ 50 ਲੱਖ ਰੁਪਏ ਕਿੱਲਾ ਸੀ, ਉੱਥੇ ਸ਼ਹਿਰ 1.5 ਕਰੋੜ ਰੁਪਈਆ ਵੀ ਸਰਕਾਰ ਨੇ ਦਿੱਤਾ 1 ਕਿੱਲੇ ਦਾ। ਇੱਕ ਕੋਲ ਇੱਕੋ ਹੀ ਕਿੱਲਾ ਸੀ, ਉਹ 1.5 ਕਰੋੜ ਦਾ ਵੇਚਤਾ। ਕਈਆਂ ਨੇ ਤਾਂ ਦੂਰ ਜਾ ਕੇ 2-2 1 ਕਿੱਲੇ ਥਾਂ 'ਤੇ 3-3 4-4 ਕਿੱਲੇ ਜ਼ਮੀਨ ਖਰੀਦ ਲਈ। ਇੱਕ ਨੇ ਕੀ ਕੀਤਾ, 25-30 ਲੱਖ ਦੀ ਕਾਰ ਖਰੀਦ ਲਈ। ਅਤੇ ਕਰ ਕੀ ਰਿਹਾ, ਕਾਰ ਦੇ ਵਿੱਚ ਨਾ ਪੱਠੇ ਢੋ ਰਿਹਾ, ਮਗਰ ਡਿੱਗੀ 'ਚ ਰੱਖ ਕੇ ਵੀ ਕਾਰ ਪੱਠੇ ਢੋਣ ਲਈ ਹੈ। ਸ਼ਰਾਬਾਂ ਪੀਣੀਆਂ ਸ਼ੁਰੂ ਕਰਦੀਆਂ ਨੇ। ਬਸ 2-3 ਸਾਲਾਂ 'ਚ ਸਾਰਾ 1.5 ਕਰੋੜ ਦਾ 1.5 ਕਰੋੜ ਉਜਾੜਤਾ, ਭੁੱਖਾ ਨੰਗਾ ਹੋ ਗਿਆ ਹੈ। ਇਹ ਹੈ ਕੋਲ 1.5 ਕਰੋੜ ਰੁਪਈਆ। ਇੰਨੀ ਸੋਝੀ ਨਹੀਂ ਆਈ ਕਿ ਮੈਂ ਬੈਂਕ ਏਜੰਟ FD ਕਰਾ ਦਾਂ, ਇਹਦਾ ਵਿਆਜ ਹੀ ਖਾਈ ਜਾਵਾਂ। ਮੇਰੇ ਕੋਲ ਕਈ ਆਉਂਦੇ ਰਹਿੰਦੇ ਨੇ। ਇੱਕ ਬੰਦੇ ਨੇ ਮੇਰੀ ਗੱਲ ਮੰਨੀ ਸੀ, ਇੱਥੇ ਨੇੜੇ ਦੇ ਪਿੰਡ ਦਾ ਸੀ। ਉਹ ਕਈ ਹੋ ਗਏ 5-6 ਸਾਲਾਂ ਦੀ ਗੱਲ ਹੈ। ਉਦੋਂ ਜ਼ਮੀਨਾਂ ਦੇ ਰੇਟ ਅੱਛੇ ਸਨ, 40-50 ਲੱਖ ਰੁਪਏ ਨੂੰ ਕਿੱਲਾ ਸੀ ਜ਼ਮੀਨ। ਮੇਰੇ ਕੋਲ ਆ ਕੇ ਕਹਿੰਦਾ ਬਾਬਾ ਜੀ ਮੇਰੇ ਕੋਲ 1 ਕਿੱਲਾ ਜ਼ਮੀਨ ਹੈ, ਮੈਂ ਕਿੰਨਾ ਠੇਕਾ ਮਿਲਦਾ? ਕਿ 30,000 ਠੇਕਾ ਮਿਲਦਾ। ਅੱਛਾ, ਸਾਲ ਦਾ 30, ਮਹੀਨੇ ਦਾ 2,500 ਹੋਇਆ। ਮੈਂ ਵੀ ਜੇ ਮੈਂ ਹਰ ਮਹੀਨੇ ਤੇਰਾ 30,000 ਦਾ ਪ੍ਰਬੰਧ ਕਰਦੇ ਹਾਂ ਫਿਰ? ਕਹਿੰਦੀ ਉਹ ਕਿਵੇਂ ਹੋ ਜਾਏਗਾ? ਕਹਿੰਦਾ ਮੈਨੂੰ ਤਾਂ ਨਾਲ ਮਜ਼ਦੂਰੀ ਕਰਨੀ ਪੈਂਦੀ, 2,500 ਨਾਲ ਗੁਜ਼ਾਰਾ ਨਹੀਂ ਹੁੰਦਾ। ਮੈਂ ਅਤੇ ਮੇਰੀ ਵਾਈਫ ਹਾਂ, ਨਹੀਂ ਗੁਜ਼ਾਰਾ ਹੁੰਦਾ ਹੈ, ਮੈਂ ਮਜ਼ਦੂਰੀ ਵੀ ਨਾਲ ਕਰਦਾ।
ਮੈਂ ਮੇਰੀ ਗੱਲ ਸੁਣ, ਮੰਨੇਗਾ? ਮੈਂ ਤੈਨੂੰ ਚੈਤਵਰ ਤੇ ਲਿਖਾ ਲੈ, ਤੈਨੂੰ 30,000 ਰੁਪਇਆ ਮਹੀਨੇ ਦੀ ਆਮਦਨ ਹੋ ਜਾਏਗੀ ਜੇ ਤੂੰ ਮੇਰੀ ਗੱਲ ਮੰਨ ਲੈ। ਕਹਿੰਦਾ ਮੰਨ ਲਾਂਗਾ ਜੀ। ਮੈਂ ਐਂ ਕਰ, ਕੀ ਰੇਟ ਹੈ ਤੁਹਾਡੇ ਚੱਲਦਾ? ਕਹੇ 40 ਤੋਂ ਲੈ ਕੇ 45 ਲੱਖ ਤੱਕ ਕਿੱਲਾ ਵਿਕਦਾ ਹੈ। ਮੈਂ ਸੁਣ, ਤੂੰ ਜ਼ਮੀਨ ਵੇਚ ਦੇ, ਤੂੰ ਜ਼ਮੀਨ ਵੇਚ ਦੇ, ਪਰ ਕਿਸੇ ਨੂੰ ਦੱਸਣਾ ਨਹੀਂ ਹੈਗਾ ਵੀ ਮੈਂ ਜ਼ਮੀਨ ਵੇਚੀ ਹੈ। ਜਦੋਂ ਤੂੰ ਜ਼ਮੀਨ, ਤੇਰਾ ਬਿਆਨਾ ਮੰਨ ਲਓ ਹੋ ਗਿਆ, ਮੈਨੂੰ ਤੂੰ ਦੱਸੀ। ਉਹਨੇ ਮੇਰੀ ਗੱਲ ਮੰਨ ਲਈ, ਕਹੇ ਜੀ 42 ਲੱਖ ਰੁਪਏ ਨੂੰ ਹੋ ਗਿਆ ਜੀ, ਫਲਾਣੀ ਤਰੀਕ ਨੂੰ ਜਿਹੜਾ ਰਜਿਸਟਰੀ ਹੋਣੀ। ਮੈਂ ਠੀਕ ਹੈ। ਮੈਂ ਚਲੋ ਵਧੀਆ ਲੱਗ ਗਈ। ਕਹਿੰਦੇ ਵੇਚ ਕੇ ਕੀ ਕਰਾਂਗਾ? ਮੈਂ ਨਾ ਤੂੰ 1 ਹਫ਼ਤਾ ਪਹਿਲਾਂ ਜਦੋਂ ਰਜਿਸਟਰੀ ਕਰਾਏਗਾ, 1 ਹਫ਼ਤਾ ਪਹਿਲਾਂ ਮੈਨੂੰ ਟੈਲੀਫੋਨ ਕਰੀ। ਉਹਨੇ 1 ਹਫ਼ਤਾ ਪਹਿਲਾਂ ਟੈਲੀਫੋਨ, ਫਲਾਣ ਦਿਨ ਰਜਿਸਟਰੀ ਹੋਣੀ। ਮੈਂ ਜੀ ਕਿਹੜਾ ਤੈਨੂੰ ਬੈਂਕ ਲੱਗਦਾ? ਕਿ ਫਲਾਣਾ ਬੈਂਕ ਲੱਗਦਾ। ਮੈਂ ਉੱਥੇ ਜਾ, ਮੈਨੇਜਰ ਸਾਹਿਬ ਨਾਲ ਮੇਰੀ ਗੱਲ ਕਰਾ। ਮੈਨੇਜਰ ਸਾਹਿਬ ਨਾਲ ਮੈਂ ਗੱਲ ਕੀਤੀ। ਮੈਂ ਜੀ ਗੱਲ ਇਹ ਹੈ, ਮੈਂ ਹੀ ਇਸ ਬੰਦੇ ਨੂੰ ਗਾਈਡ ਕੀਤਾ ਸੀ, ਇਸ ਤਰ੍ਹਾਂ ਇਹ ਆਪਣੀ ਜ਼ਮੀਨ ਵੇਚ ਰਿਹਾ, ਫਲਾਣੀ ਤਰੀਕ ਦੀ ਰਜਿਸਟਰੀ ਹੋਣੀ ਹੈ। ਮੈਂ ਇਹਨੂੰ ਕਿਹਾ ਕਿ ਤੂੰ ਕਿਸੇ ਨੂੰ ਨਹੀਂ ਦੱਸਣਾ, ਨਹੀਂ ਤਾਂ ਰਿਸ਼ਤੇਦਾਰ ਮੰਗਣ ਆ ਜਾਣਗੇ। ਅੱਜ ਕੱਲ੍ਹ ਲੋਕ ਪੈਸੇ ਲੈ ਜਾਂਦੇ, ਮੋੜਦੇ ਨਹੀਂ ਹੈਗੇ, ਨਾਲੇ ਰਿਸ਼ਤੇਦਾਰੀ ਜਾਏਗੀ, ਨਾਲੇ ਪੈਸੇ ਜਾਣਗੇ। ਦੱਸੀ ਨਾ ਕਿਸੇ ਨੂੰ। ਇਹ ਤੁਹਾਡੇ ਕੋਲ 40 ਲੱਖ ਦੀ FD ਕਰਾਏਗਾ, 2 ਲੱਖ ਦਾ ਸੇਵਿੰਗ ਕਰ ਦੇਣਾ ਤੁਸੀਂ, 40 ਲੱਖ ਦੀ FD ਕਰ ਦੇਣੀ। ਉਸ ਵੇਲੇ 9% ਵਿਆਜ ਸੀ। 40 ਲੱਖ ਦੇ 9% ਦੇ ਮਤਲਬ ਉਹਨੂੰ 3,60,000 ਰੁਪਏ ਸਾਲ ਦਾ ਵਿਆਜ ਮਿਲਣਾ ਸੀ। 3,60,000 ਦਾ ਮਤਲਬ 30,000 ਰੁਪਏ ਮਹੀਨਾ। ਮੈਂ ਜੀ 3 ਮਹੀਨੇ ਬਾਅਦ ਇਹਨੂੰ 90,000 ਰੁਪਈਆ ਦੇ ਦਿਆ ਕਰਨਾ ਹੈ। ਉਹ ਵੀ ਨਾਲ ਸੁਣ ਰਿਹਾ ਸੀ ਸਾਰਾ। ਹਾਂਜੀ, ਉਹ ਕਹਿੰਦਾ ਵੀ ਬਾਬਾ ਜੀ ਨੇ ਕੀ ਤੁਹਾਨੂੰ ਕਿਹਾ? ਕਹਿੰਦੇ ਮੈਨੇਜਰ ਸਾਹਿਬ ਕਹਿੰਦੇ ਬਾਬੇ ਮੈਨੂੰ ਇਹ ਕਿਹਾ ਵੀ 40 ਲੱਖ ਦੀ ਇਹਦੀ FD ਕਰ ਦੇਣੀ ਹੈ, 2 ਲੱਖ ਸੇਵਿੰਗ 'ਚ ਰੱਖ ਦੇਣਾ ਹੈ। ਠੀਕ ਹੈ, ਵੀ ਅਚਾਨਕ ਲੋੜ ਪੈ ਜਾਂਦੀ ਹੈ। ਭਾਈ ਤੈਨੂੰ ਜਿਹੜਾ ਹਰ 3 ਮਹੀਨੇ ਬਾਅਦ 90,000 ਰੁਪਇਆ ਮਹੀਨਾ ਮਿਲਿਆ ਕਰੇਗਾ। ਹਰ ਮਹੀਨੇ ਲੈਣਾ ਤਾਂ ਤੇਰੀ ਮਰਜ਼ੀ ਹੈ, 3-3 ਮਹੀਨੇ ਬਾਅਦ ਲੈਣਾ ਤਾਂ ਤੇਰੀ ਮਰਜ਼ੀ। ਕਹਿੰਦੇ ਜੀ ਬਾਬਾ ਜੀ ਨੇ ਕੀ ਕਿਹਾ? ਉਹ ਕਹਿੰਦੇ ਇਹਨੂੰ 3 ਮਹੀਨੇ ਬਾਅਦ 90,000 ਰੁਪਇਆ ਦੇ ਦਿਆ ਕਰੋ, ਇਹਦੇ ਸੇਵਿੰਗ 'ਚ ਕਰ ਦਿਓ, ਜਿੰਨੇ ਇਹਨੇ ਕਢਾਉਣੇ ਹੋਏਗੇ ਕਢਾ ਲਿਆ ਕਰੇਗਾ ਜੀ। ਠੀਕ, ਗੱਲਬਾਤ ਹੋ ਗਈ। ਉਹਨੇ ਉਸੇ ਤਰ੍ਹਾਂ ਕੀਤਾ, ਕਿਸੇ ਵੀ ਰਿਸ਼ਤੇਦਾਰ ਨੂੰ ਨਹੀਂ ਦੱਸਿਆ ਮੈਂ ਜ਼ਮੀਨ ਵੇਚਤੀ। ਕੁਝ ਦਿਨਾਂ ਬਾਅਦ ਨਵੀਂ ਜੁੱਤੀ, ਨਵੇਂ ਕੱਪੜੇ, ਨਵੀਂ ਪੱਗ ਬੰਨ੍ਹ ਕੇ ਘਰ ਵਾਲੇ ਨੇ ਵੀ ਨਵਾਂ ਸੂਟ ਪਾਇਆ ਹੋਇਆ ਹੈ, ਵਧੀਆ ਕੱਪੜੇ ਪਾ ਕੇ ਮੈਨੂੰ ਮਿਲਣ ਆਏ ਨੇ। ਬਾਬਾ ਜੀ ਤੁਹਾਡਾ ਬੜਾ ਬੜਾ ਧੰਨਵਾਦ ਹੈ। ਹਾਂਜੀ, ਮੌਜਾਂ ਹੋ ਗਈਆਂ ਨੇ ਜੀ। ਅਤੇ ਮੈਨੇਜਰ ਕਹਿੰਦਾ 3 ਮਹੀਨਿਆਂ ਬਾਅਦ 90,000 ਰੁਪਇਆ ਤੁਹਾਡਾ ਸੇਵਿੰਗ ਜਮ੍ਹਾਂ ਹੋ ਜਾਇਆ ਕਰੋ, ਜਿੰਨੇ ਮਰਜ਼ੀ ਵਿੱਚੋਂ ਕਢਾ ਕੇ ਲੈ ਜਾ ਕਰੋ। ਕਹਿੰਦੇ ਤੁਸੀਂ ਤਾਂ ਸਾਡੀ ਇੱਥੇ ਸਰਗ ਬਣਾ ਤਾ ਸਾਨੂੰ। ਸਾਡੀ ਜ਼ਿੰਦਗੀ ਨਰਕ ਹੋਈ ਸੀ, ਮਜ਼ਦੂਰੀ ਕਰਦਾ ਸੀ। ਹੁਣ ਕਹਿੰਦੇ ਲੋਕ ਵੀ ਹੈਰਾਨ ਨੇ ਵੀ ਮਜ਼ਦੂਰੀ ਵੀ ਨਹੀਂ ਕਰਦਾ ਅਤੇ ਵਧੀਆ ਖਾਂਦਾ ਪੀਂਦਾ, ਟੌਰ ਨਾ ਰਹਿੰਦਾ। ਮੈਨੂੰ ਪੁੱਛਦੇ ਕੀ ਹੋ ਗਿਆ? ਕਹਿੰਦਾ ਮੈਂ ਦੱਸੇ ਨਹੀਂ ਕਿ ਮੈਂ ਜ਼ਮੀਨ ਵੇਚਤੀ ਹੈ ਜੀ। ਆਪੇ ਹੌਲੀ ਹੌਲੀ ਪਤਾ ਲੱਗ ਜਾਏਗਾ। ਸੋ ਇਸ ਲਈ ਗੱਲ ਇਹ ਹੈ ਕਿ ਤੁਸੀਂ ਇੱਕ ਨੂੰ 1.5 ਕਰੋੜ ਮਿਲਿਆ, ਉਹਨੇ ਸ਼ਰਾਬਾਂ ਦੇ ਵਿੱਚ ਤੇ ਹੋਰ ਉਜਾੜਤਾ ਹੈ। ਇੱਕ ਨੂੰ ਸਿਰਫ 42 ਲੱਖ ਮਿਲਿਆ ਅਤੇ ਉਹ ਮੌਜਾਂ ਕਰ ਰਿਹਾ ਹੈ। ਕਿਉਂ? ਸਹੀ ਵਰਤੋਂ ਹੋ ਗਈ। ਇਸ ਲਈ ਪਰਮਾਤਮਾ ਦਿੰਦਾ ਤਾਂ ਬਥੇਰਾ ਕੁਛ ਹੈ ਮਨੁੱਖ ਨੂੰ, ਪਰ ਮਨੁੱਖ ਨੂੰ ਵਰਤਣਾ ਹੀ ਨਹੀਂ ਆਉਂਦਾ ਹੈਗਾ। ਇਹ ਉਹਦੀ ਦਿੱਤੀਆਂ ਹੋਈਆਂ ਦਾਤਾਂ ਨੂੰ ਉਜਾੜ ਦਿੰਦਾ ਅਤੇ ਆਪ ਭੁੱਖੇ ਦਾ ਭੁੱਖਾ ਰਹਿ ਜਾਂਦਾ ਹੈ। ਅਤੇ ਗੁਰੂ ਮਹਾਰਾਜ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਗੁਰੂ ਮਹਾਰਾਜ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ। ਪਰਮਾਤਮਾ ਜਿਹੜਾ ਨਾਮ ਹੈ ਨਾ, ਸਾਚਾ ਨਾਮ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਨਾਮ ਮੇਰੇ ਜੀਵਨ ਦਾ ਆਧਾਰ ਹੈ। ਮੇਰਾ ਜੀਵਨ ਪਰਮਾਤਮਾ ਦੇ ਨਾਮ ਦੇ ਆਸਰੇ ਖੜਾ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ।
ਪਰਮਾਤਮਾ ਜਿਹੜਾ ਨਾਮ ਹੈ ਇਹ ਮੇਰੇ ਜੀਵਨ ਦਾ ਆਧਾਰ ਹੈ। ਇਹਨੇ ਮੇਰੀਆਂ ਸਾਰੀਆਂ ਭੁੱਖਾਂ ਹੀ ਖਤਮ ਕਰਤੀਆਂ। ਇੱਕ ਹੁੰਦੀ ਸਰੀਰਕ ਭੁੱਖ, ਇਹ ਤਾਂ ਲੱਗਣੀ ਹੈ, ਇਹ ਤਾਂ ਲੱਗਣੀ ਹੀ ਲੱਗਣੀ ਹੈ। ਸਮਾਂ ਪਾ ਕੇ ਰੋਟੀ ਖਾਣੀ ਪੈਣੀ ਹੈ, ਹੋਰ ਕਈ ਕੁਛ ਖਾਣਾ ਪੈਣਾ ਹੈ। ਇੱਕ ਮਨ ਦੀ ਭੁੱਖ ਹੁੰਦੀ ਹੈ। ਜੇ ਮਨ ਭੁੱਖਾ ਹੋਵੇ ਨਾ, ਇਹ ਕਰੋੜਾਂ ਰੁਪਈਆਂ ਨਾਲ ਵੀ ਨਹੀਂ ਰਾਜਦਾ। ਬੜੇ ਵੀਰ ਨੇ, ਅਰਬਾਂ ਖਰਬਾਂ ਰੁਪਈਏ ਕੋਲ ਨੇ, ਫਿਰ ਵੀ ਭੁੱਖੇ ਦੇ ਭੁੱਖੇ ਨੇ। ਜੇ ਕਹਿੰਦੇ ਹੋਰ ਹੋਵੇ, ਉਹ ਰਾਜੀ ਨਹੀਂ ਆ ਰਿਹਾ। ਪਰਮਾਤਮਾ ਜਿਹੜਾ ਨਾਮ ਹੈ ਇਹ ਸਾਰੀਆਂ ਭੁੱਖਾਂ ਹੀ ਖਤਮ ਕਰ ਦਿੰਦਾ। ਬੰਦੇ ਦੇ ਅੰਦਰ ਸਬਰ ਸੰਤੋਖ ਪੈਦਾ ਹੁੰਦਾ। ਉਹ ਕਹਿੰਦਾ ਦਾਤੇ ਦੇ ਦਿੱਤਾ ਬਹੁਤ ਹੈ, ਆਪਾਂ ਨੇ ਕਿਹੜਾ ਨਾਲ ਲੈ ਜਾਣਾ, ਨਾ ਲੈ ਕੇ ਆਏ ਸੀ ਨਾ ਨਾਲ ਲੈ ਜਾਣਾ ਹੈ। ਉਹ ਬੰਦਾ ਆਨੰਦ 'ਚ ਰਹਿੰਦਾ ਹੈ, ਜਿਹਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਮੈਂ ਨਾ ਕੁਝ ਲੈ ਕੇ ਆਇਆ, ਨਾ ਮੈਂ ਨਾਲ ਲੈ ਕੇ ਜਾਣਾ। ਨਾ ਮੈਂ ਘਰ ਵਾਲੀ ਨਾਲ ਲੈ ਕੇ ਆਇਆ ਸੀ, ਨਾ ਹੀ ਮੈਂ ਨਾਲ ਲੈ ਕੇ ਜਾਣੀ ਹੈ। ਨਾ ਹੀ ਮੇਰੇ ਧੀ ਪੁੱਤਰ ਨਾਲ ਲੈ ਕੇ ਆਇਆ ਸੀ, ਨਾ ਹੀ ਮੈਂ ਨਾਲ ਲੈ ਕੇ ਜਾਣੇ ਨੇ। ਨਾ ਮੈਂ ਘਰ ਲੈ ਕੇ ਆਇਆ ਸੀ, ਨਾ ਮੈਂ ਨਾਲ ਘਰ ਲਿਜਾਣਾ ਹੈ। ਮੈਂ ਤਾਂ ਖਾਲੀ ਹੱਥ ਆਇਆ ਸੀ, ਅਤੇ ਖਾਲੀ ਹੱਥ ਹੀ ਮੁੜ ਜਾਣਾ। ਅਤੇ ਬਸ ਆਨੰਦ ਹੀ ਆਨੰਦ ਹੈ, ਫਿਰ ਆਨੰਦ ਹੀ ਆਨੰਦ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਇਸ ਪਰਮਾਤਮਾ ਦੇ ਨਾਮ ਨੇ ਮੇਰੇ ਮਨ ਦੀਆਂ ਸਾਰੀਆਂ ਭੁੱਖਾਂ ਹੀ ਖਤਮ ਕਰਤੀਆਂ ਨੇ। ਘਰ ਸ਼ਾਂਤ ਸੁੱਖ ਮਨ ਆਏ ਵਸਿਆ। ਜਦੋਂ ਪਰਮਾਤਮਾ ਦਾ ਮਨ 'ਚ ਵਸ ਜਾਂਦਾ ਨਾ, ਫਿਰ ਸ਼ਾਂਤੀ ਆਉਂਦੀ ਹੈ, ਫਿਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਘਰ ਸ਼ਾਂਤ ਸੁੱਖ, ਮਨ ਸ਼ਾਂਤ ਹੋ ਜਾਂਦਾ ਹੈ, ਸੁੱਖ ਮਿਲਦਾ ਹੈ। ਕਿਉਂ? ਪਰਮਾਤਮਾ ਦਾ ਨਾਮ ਮਨ 'ਚ ਆ ਕੇ ਵਸ ਗਿਆ ਹੈ। ਇਸ ਪਰਮਾਤਮਾ ਦੇ ਨਾਮ ਨੇ ਕੀ ਕੀਤਾ? ਜਿਨ ਇੱਛਾ ਸਭ ਪੁਜਾਈ ਨੇ ਪੂਰੀਆਂ ਕਰਤੀਆਂ। ਪਰਮਾਤਮਾ ਦੇ ਨਾਮ ਨੇ ਮੇਰੀਆਂ ਸਾਰੀਆਂ ਇੱਛਾਵਾਂ ਹੀ ਪੂਰੀਆਂ ਕਰਤੀਆਂ। ਪਰਮਾਤਮਾ ਦੇ ਨਾਮ ਇੱਛਾਵਾਂ ਪੂਰੀਆਂ ਕਰਦਾ ਹੈ, ਜਾਂ ਪਰਮਾਤਮਾ ਨਾਲ ਇੱਛਾਵਾਂ ਖਤਮ ਹੀ ਕਰ ਦਿੰਦਾ ਹੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਪਰਮਾਤਮਾ ਦਾ ਸਿਮਰਨ ਕਰਨ ਇੱਛਾਵਾਂ ਖਤਮ ਹੀ ਹੋ ਜਾਂਦੀਆਂ ਨੇ, ਅਤੇ ਜਾਂ ਫਿਰ ਪੂਰੀਆਂ ਹੋ ਜਾਂਦੀਆਂ ਨੇ। ਇੱਛਾ ਖਤਮ ਹੋ ਜਾਏ ਤਾਂ ਵੀ ਆਨੰਦ ਹੈ, ਇੱਛਾ ਪੂਰੀ ਹੋ ਗਈ ਤਾਂ ਵੀ ਆਨੰਦ ਹੈ। ਜੇ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਮੈਂ ਪਰਮਾਤਮਾ ਦਾ ਸਦਾ ਹੀ ਬਲਿਹਾਰ ਜਾਂਦਾ ਹਾਂ, ਜਿਹਦੀ ਇੰਨੀਆਂ ਵਡਿਆਈਆਂ ਨੇ, ਜਿਸ ਦੀਆਂ ਇਹ ਵਡਿਆਈਆਂ ਨੇ। ਇੰਨੀਆਂ ਵੀ ਨਾਮ ਜਪੋ ਅਤੇ ਕਿੰਨਾ ਕੁਛ ਮਿਲਦਾ ਹੈ। ਸੋ ਇਸ ਲਈ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਹੈ। ਐਵੇਂ ਦੁਖੀ ਹੋਈ ਜਾਣ ਦੀ ਲੋੜ ਨਹੀਂ, ਭੁੱਖੇ ਮਰੀ ਜਾਣ ਦੀ ਲੋੜ ਨਹੀਂ। ਨਾਮ ਜਪੋ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਇਹ ਭਲੇ ਪੁਰਸ਼ੋ, ਇਹ ਸੰਤੋ ਮਹਾਤਮੋ, ਤੁਸੀਂ ਪਰਮਾਤਮਾ ਦੇ ਨਾਮ ਨੂੰ ਪਿਆਰ ਕਰੋ। ਸ਼ਬਦ ਧਰੋ ਪਿਆਰੋ, ਪਰਮਾਤਮਾ ਦੇ ਨਾਮ ਨੂੰ ਪਿਆਰ ਕਰੋ। ਸਾਚਾ ਨਾਮ ਮੇਰਾ ਆਧਾਰੋ, ਮੇਰਾ ਆਧਾਰ ਤੇ ਪਰਮਾਤਮਾ ਦਾ ਨਾਮ ਹੀ ਹੈ। ਇਸ ਲਈ ਤੁਸੀਂ ਵੀ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਓ। ਅੱਗੇ ਕਹਿੰਦੇ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਉਸ ਭਾਗਾਂ ਵਾਲੇ ਘਰ ਦੇ ਵਿੱਚ ਅਨਹਦ ਨਾਦ ਵੱਜੇ। ਇਹ ਤੇ ਘਰ ਤੋਂ ਪਾਵੇ ਮਨ। ਉਹ ਮਨ ਭਾਗਾਂ ਵਾਲਾ ਹੈ ਜਿਸ ਦੇ ਵਿੱਚ ਅਨਹਦ ਨਾਦ ਵੱਜਦੇ। ਪੰਜ ਸ਼ਬਦ ਅਨਹਦ ਨਾਦ ਨੂੰ ਕਹਿੰਦੇ ਨੇ, ਰੱਬੀ ਸੰਗੀਤ ਨੂੰ ਕਹਿੰਦੇ ਨੇ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਕਲਾ ਦੀ ਸ਼ਕਤੀ, ਜਿਸ ਹਿਰਦੇ ਵਿੱਚ ਪਰਮਾਤਮਾ ਨੇ ਆਪਣੀ ਸ਼ਕਤੀ ਰੱਖ ਦਿੱਤੀ, ਨਾਮ ਸ਼ਕਤੀ, ਕਹਿੰਦੇ ਉਹ ਤਾਂ ਕਾਰੀ ਭਾਗਾਂ ਵਾਲਾ ਹੋ ਗਿਆ ਹੈ। ਉਹ ਮਨ ਭਾਗਾਂ ਵਾਲਾ ਹੋ ਗਿਆ ਹੈ। ਉੱਥੇ ਹਮੇਸ਼ਾ ਅਨਹਦ ਨਾਦ ਵੱਜਦੇ ਰਹਿੰਦੇ ਹਨ। ਉੱਥੇ ਖੁਸ਼ੀ ਦੇ ਵਾਜੇ ਵੱਜਦੇ ਰਹਿੰਦੇ ਹਨ। ਜਦੋਂ ਫਿਰ ਨਾਮ ਅੰਦਰ ਵਸਦਾ, ਫਿਰ ਕੀ ਹੁੰਦਾ? ਪੰਜ ਦੂਤ ਤੁਧ ਵਸ ਕੀਤੇ। ਪੰਜ ਦੂਤ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੇ ਪਰਮਾਤਮਾ, ਹੁਣ ਪੰਜੇ ਦੂਤ ਤੂੰ ਮੇਰੇ ਵਸ 'ਚ ਕਰਦੇ ਨੇ। ਪਹਿਲਾਂ ਇਹਨਾਂ ਦਾ ਮੇਰੇ 'ਤੇ ਕੰਟਰੋਲ ਸੀ। ਅਸੀਂ ਇਹਨਾਂ ਪੰਜਾਂ ਦੇ ਅਧੀਨ ਹਾਂ, ਇਸ ਲਈ ਅਸੀਂ ਮਾੜੇ ਕੰਮ ਕਰਦੇ ਹਾਂ।
ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਪਹਿਲਾਂ ਤਾਂ ਸੋਝੀ ਆਵੇਗੀ, ਅਸੀਂ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਫਿਰ ਨਾਮ ਜਪ ਜਪ ਕੇ ਅਵਸਥਾ ਉੱਚੀ ਹੋ ਗਈ, ਇਹ ਫਿਰ ਸਾਡੇ ਅਧੀਨ ਹੋ ਜਾਣਗੇ, ਇਹ ਫਿਰ ਸਾਡੇ ਮਾਲਕ ਨਹੀਂ ਰਹਿਣਗੇ। ਅੱਜ ਮਨੁੱਖ ਕੋਈ ਕਾਮ ਦੇ ਅਧੀਨ ਹੈ, ਕੋਈ ਕ੍ਰੋਧ ਦੇ ਅਧੀਨ ਹੈ, ਕੋਈ ਲੋਭ ਦੇ ਅਧੀਨ ਹੈ, ਕੋਈ ਮੋਹ ਦੇ ਅਧੀਨ ਹੈ, ਕੋਈ ਹੰਕਾਰ ਦੇ ਅਧੀਨ ਹੈ। ਫਿਰ ਇਹ ਸਾਰੀਆਂ ਚੀਜ਼ਾਂ ਸਾਡੇ ਅਧੀਨ ਹੋ ਜਾਣਗੀਆਂ। ਨਾਮ ਜਪਣ ਦਾ ਆ ਲਾਭ ਹੈ ਜੀ। ਇਸ ਲਈ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਪੰਜ ਦੂਤ ਦੁੱਧ ਵਸ ਕੀਤੇ, ਕਾਲ ਕੰਟਕ ਮਾਰਿਆ। ਕੰਟਕ ਉਹਦਾ ਦੁੱਖ ਦੇਣ ਵਾਲਾ, ਦੁਖਦਾਈ। ਜਿਹੜੀ ਮੌਤ ਹੈ ਇਹ ਬੜੀ ਦੁਖਦਾਈ ਹੈ, ਇਸੇ ਦੁਖਦਾਈ ਮੌਤ ਨੂੰ ਹੀ ਤੂੰ ਮਾਰ ਦਿੱਤਾ ਹੈ। ਭਾਵ ਹੁਣ ਸਾਨੂੰ ਮੌਤ ਤੋਂ ਕੋਈ ਡਰ ਨਹੀਂ ਲੱਗਦਾ। ਤੁਰ ਕਰਮ ਪਾਇਆ ਤੁਝਨ ਕੋ। ਤੁਰ ਕਰਮ ਦੇ ਤੁਰੋਂ ਹੀ, ਤੁਰੋਂ ਹੀ ਜਿਹਦੇ ਭਾਗਾਂ 'ਚ ਤੂੰ ਲਿਖ ਦਿੱਤਾ ਨਾ, ਸੇ ਨਾਮ ਹਰ ਕਹਿ ਲਾਗੇ। ਉਹੀ ਪਰਮਾਤਮਾ ਦਾ ਨਾਮ ਜਪਣ ਲੱਗੇ। ਤੁਰੋਂ ਹੀ ਜਿਨ੍ਹਾਂ ਦੇ ਭਾਗਾਂ 'ਚ ਲਿਖਤਾ ਕਿ ਤੁਸੀਂ ਨਾਮ ਜਪੋਗੇ, ਉਹੀ ਨਾਮ ਜਪਣ ਲੱਗੇ। ਤੁਹਾਡੇ 'ਚ ਵੀ ਜਿਹੜੇ ਵੀ ਨਾਮ ਜਪਦੇ ਨੇ, ਉਹੀ ਜਪਦੇ ਨੇ ਜਿਨ੍ਹਾਂ ਦੇ ਭਾਗਾਂ 'ਚ ਲਿਖਿਆ ਹੋਇਆ ਹੈ। ਉਹੀ ਬਾਣੀ ਪੜ੍ਹਦੇ ਨੇ ਜਿਨ੍ਹਾਂ ਦੇ ਭਾਗਾਂ 'ਚ ਲਿਖਿਆ ਹੋਇਆ ਹੈ। ਉਹੀ ਅੱਜ ਕਥਾ ਸੁਣ ਰਹੇ ਨੇ ਜਿਨ੍ਹਾਂ ਦੇ ਭਾਗਾਂ 'ਚ ਲਿਖਿਆ ਹੋਇਆ ਹੈ। ਜਿਨ੍ਹਾਂ ਦੇ ਭਾਗਾਂ 'ਚ ਨਹੀਂ ਲਿਖਿਆ ਹੋਇਆ, ਉਹ ਸੁਣਦੇ ਹੀ ਨਹੀਂ ਹੈਗੇ। ਮੈਂ ਦੇਖਿਆ ਜਿਹੜੇ ਮੇਰੇ ਜ਼ਿਆਦਾ ਨਜ਼ਦੀਕੀ ਨੇ, ਉਹਨਾਂ ਲਈ ਮੈਂ ਜੋਗੜਾ ਹਾਂ। ਜਿਹੜੇ ਦੂਰ ਨੇ, ਉਹਨਾਂ ਲਈ ਮੈਂ ਜੋਗੀ ਹਾਂ। ਉਹਨਾਂ ਲਈ ਮੈਂ ਜੋਗੀ ਹਾਂ। ਜਿਹੜੇ ਨਜ਼ਦੀਕ ਨੇ, ਮੈਨੂੰ ਚੰਗੀ ਤਰ੍ਹਾਂ ਜਾਣਦੇ, ਉਹਦੇ ਕਥਾ ਹੀ ਨਹੀਂ ਮੇਰੀ ਸੁਣਦੇ। ਉਹ ਨਹੀਂ ਸੁਣਦੇ ਕਥਾ ਕੁਥਾ, ਇਹ ਤਾਂ ਦੂਰ ਵਾਲੇ ਸੁਣਦੇ ਨੇ। ਕਿਉਂਕਿ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਹਾਂ, ਇਹ ਤਾਂ ਜੋਗੜਾ ਹੈ। ਔਰ ਕਿ ਜੋਗੜੇ ਦੀ ਕੀ ਕਥਾ ਸੁਣਨੀ, ਕਿਸੇ ਜੋਗੀ ਦੀ ਸੁਣੋ। ਸੋ ਇੱਕੋ ਹੀ ਬੰਦਾ ਹੈ, ਕਿਸੇ ਲਈ ਜੋਗੜਾ ਹੈ, ਕਿਸੇ ਲਈ ਉਹ ਜੋਗੀ ਹੈ। ਸੋ ਕੋਈ ਜਿਹਦੇ ਭਾਗਾਂ 'ਚ ਹੈਗਾ ਉਹ ਫਾਇਦਾ ਉਠਾ ਜਾਏਗਾ, ਜਿਹਦੇ ਭਾਗਾਂ 'ਚ ਨਹੀਂ ਹੈ ਉਹਨੂੰ ਫਾਇਦਾ ਨਹੀਂ ਉਠਾਉਣਾ। ਇਹ ਤਾਂ ਗੱਲ ਤੇ ਭਾਗਾਂ ਦੀ ਹੈਗੀ। ਇਸ ਲਈ ਮੈਨੂੰ ਤਾਂ ਕੋਈ ਨਹੀਂ ਹੈਗਾ, ਕੋਈ ਸੁਣੋ ਨਾ ਸੁਣੋ, ਅਸੀਂ ਤਾਂ ਆਪਣੀ ਡਿਊਟੀ ਕਰਦੇ ਰਹਿਣਾ ਹੈ। ਕਿਉਂਕਿ ਸੰਗਤ ਦੀ ਮੰਗ ਸੀ ਕਿ ਇਹ ਕੰਮ ਸ਼ੁਰੂ ਕੀਤਾ ਜਾਵੇ। ਚਲੋ ਬੱਚੇ ਇਹ ਗੱਲਾਂ ਜਾਣਦੇ ਸਨ, ਉਹਨਾਂ ਨੇ ਪ੍ਰਬੰਧ ਕਰਤਾ। ਮੈਂ ਕਥਾ ਕਰਨੀ ਸ਼ੁਰੂ ਕਰਤੀ, ਤੁਸੀਂ ਸੁਣਨੀ ਸ਼ੁਰੂ ਕਰਤੀ। ਬਹੁਤ ਨੇ ਜਿਨ੍ਹਾਂ ਦੇ ਕਮੈਂਟਸ ਮੈਨੂੰ ਆਉਂਦੇ ਰਹਿੰਦੇ ਨੇ। ਕਈ ਕਿਉਂ ਮੈਂ ਉਂਝ ਕਮੈਂਟਸ ਪੜ੍ਹਦਾ ਨਹੀਂ ਨਾ, ਮੈਨੂੰ ਪੜ੍ਹਨੇ ਆਉਂਦੇ ਨੇ। ਇਸ ਲਈ ਲੋਕਾਂ ਨੂੰ ਪਤਾ ਲੱਗ ਗਿਆ, ਮੈਨੂੰ ਟੈਲੀਫੋਨ ਕਰਦੇ ਰਹਿੰਦੇ ਨੇ। ਕੋਈ ਸੁਝਾਅ ਵੀ ਦਿੰਦਾ ਮੈਨੂੰ ਵੀ ਅੱਗੇ ਹੁਣ ਕੀ ਕਰੋਗੇ ਜੀ, ਅੱਗੇ ਇਸ ਤਰ੍ਹਾਂ ਕਰੋ ਜੀ, ਹੁਣ ਆਹ ਕਰਿਓ ਜੀ, ਫਿਰ ਇਸ ਪਾਠ ਦੀ ਕਥਾ ਕਰਿਓ ਜੀ। ਮੈਂ ਠੀਕ ਹੈ ਭਾਈ, ਜਿਵੇਂ ਹੋਵੇਗਾ ਹੁਕਮ ਪਰਮਾਤਮਾ ਦਾ ਉਵੇਂ ਚੱਲੀ ਜਾਵੇ। ਸੋ ਇਸ ਲਈ ਤੁਰ ਕਰਮ ਪਾਇਆ ਤੁਝਨ ਕੋ, ਸੇ ਨਾਮ ਹਰ ਕਹਿ ਲਾਗੇ। ਹਰੀ ਦੇ ਨਾਮ 'ਚ ਉਹੀ ਜੁੜੇ ਜਿਹਨੇ ਧੁਰੋਂ ਤੁਸੀਂ ਭਾਗਾਂ 'ਚ ਲਿਖ ਦਿੱਤਾ ਸੀ ਕਿ ਭਾਈ ਤੂੰ ਨਾਮ ਜਪੇਂਗਾ, ਉਹੀ ਜਪਣ ਲੱਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਕਰ ਆਨੰਦ ਵਾਜੇ। ਫਿਰ ਉਹਨਾਂ ਦੇ ਹਿਰਦੇ ਸੁੱਖ ਹੋ ਗਿਆ ਹੈ ਕਿ ਨਾਮ ਨਾ ਲੱਗ ਗਿਆ ਨਾ, ਨਾਮ ਜਪਣ ਲੱਗ ਗਏ, ਮਨ 'ਚ ਸੁੱਖ ਹੋ ਗਿਆ ਹੈ। ਜੇ ਮਨ ਸੁਖੀ ਹੋ ਗਿਆ ਹੈ, ਅੰਦਰ ਖੁਸ਼ੀ ਦੇ ਨਾਦ ਵੱਜਦੇ ਨੇ, ਖੁਸ਼ੀ ਦੇ ਸੰਗੀਤ ਵੱਜਦੇ ਨੇ। ਜਦ ਮਨ ਖੁਸ਼ ਹੁੰਦਾ ਹੈ। ਹੁਣ ਅਖੀਰ 'ਤੇ ਕਹਿੰਦੇ ਆਨੰਦ ਸੁਣੋ ਵਡਭਾਗੀਓ। ਇਹ ਆਨੰਦ ਦੀ ਬਾਣੀ ਸੁਣੋ। ਕਹਿੰਦੇ ਇਹ ਬਾਣੀ ਕਿ ਆਨੰਦ, ਆਨੰਦ ਸੁਣੋ ਵਡਭਾਗੀਓ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਕਹੈ ਨਾਨਕ ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਆਨੰਦ ਸੁਣੋ ਵਡਭਾਗਿਓ। ਹੇ ਵੱਡੇ ਭਾਗਾਂ ਵਾਲਿਓ, ਇਹ ਆਨੰਦ ਦੀ ਬਾਣੀ ਸੁਣੋ। ਆਲਾ ਕਹਿੰਦੇ ਬਾਣੀ ਸੁਣੋ। ਫਿਰ ਬੰਦਾ ਕਹਿੰਦਾ ਕੀ ਮਿਲੇਗਾ ਜੀ?
ਅਸੀਂ ਸਾਡਾ ਮਨ ਉਹਦੀ ਕੀ ਮਿਲੇਗਾ ਜੀ। ਮਾਂ ਕਹਿੰਦੀ ਪੁੱਤ ਸਕੂਲ ਜਾਂਦਾ ਨਾ ਰਾਜ ਗੁਰਦੁਆਰਾ ਆਉਂਦਾ ਮੱਥਾ ਟੇਕੀ ਜਾਈ, ਉਹ ਮੱਥਾ ਟੇਕ ਕੇ ਕੀ ਮਿਲੇਗਾ। ਮਾਂ ਨੂੰ ਫਿਰ ਤਸੱਲੀ ਕਰਾਉਣੀ ਪੈਂਦੀ ਹੈ, ਤੈਨੂੰ ਪੜ੍ਹਾਈ ਆਵੇਗੀ। ਦੇਖੋ ਇਰਾਕ ਦਾ ਰਾਸ਼ਟਰਪਤੀ ਸਦਾਮ ਹੁਸੈਨ, ਉਹਨੇ ਆਪਣੇ ਡਰਾਇੰਗ ਰੂਮ ਦੇ ਵਿੱਚ ਮੂਲ ਮੰਤਰ ਲਿਖ ਕੇ ਲਾਇਆ ਹੋਇਆ ਸੀ। ਇੱਕ ਸਿੱਖ ਮਿਲਣ ਗਿਆ ਹੈ, ਉਹ ਬੜਾ ਹੈਰਾਨ ਹੋਇਆ ਕਿ ਮੁਸਲਮਾਨ ਹੈ, ਇਹਨੇ ਮੂਲ ਮੰਤਰ ਲਿਖ ਕੇ ਲਾਇਆ ਹੈ ਆਪਣੇ ਡਰਾਇੰਗ ਰੂਮ 'ਚ। ਉਹ ਕਹਿੰਦਾ ਜੀ ਵੀ ਇਹ ਇਸ ਬਾਰੇ ਤੁਸੀਂ ਦੱਸ ਸਕਦੇ ਹੋ ਵੀ ਇਹ ਤੁਸੀਂ ਮੂਲ ਮੰਤਰ ਕਿਉਂ ਲਿਖ ਕੇ ਲਾਇਆ ਹੈ। ਉਹ ਕਹਿੰਦਾ ਭਰਾਵਾ ਮੈਂ ਨਾ ਹਿਸਾਬ 'ਚ ਬਹੁਤ ਕਮਜ਼ੋਰ ਸੀ, ਟੀਚਰ ਕੁੱਟਦੇ ਸੀ, ਟੀਚਰ ਕੁੱਟਦੇ ਹੋਏ ਮੈਂ ਸਕੂਲੋਂ ਭੱਜ ਆਉਂਦਾ ਸੀ। ਇੱਕ ਗੁਰਦੁਆਰੇ ਦਾ ਭਾਈ ਕਹਿੰਦਾ ਮੈਨੂੰ ਮਿਲ ਪਿਆ। ਉਹ ਕਹਿੰਦੇ ਕਾਕਾ ਤੂੰ ਰੋਜ਼ ਸਕੂਲੋਂ ਭੱਜ ਆਉਣਾ, ਕੀ ਗੱਲ ਹੈ। ਮੈਂ ਕਿਹਾ ਜੀ ਮੈਨੂੰ ਨਾ ਹਿਸਾਬ ਨਹੀਂ ਆਉਂਦਾ ਹੈਗਾ ਅਤੇ ਟੀਚਰ ਮੈਨੂੰ ਕੁੱਟਦੇ ਨੇ, ਇਸ ਲਈ ਮੈਂ ਸਕੂਲ ਜਾਂਦਾ ਨਹੀਂ ਹੈਗਾ। ਉਹਨੇ ਕਹਿੰਦਾ ਮੈਨੂੰ ਇਹ ਮੂਲ ਮੰਤਰ ਲਿਖ ਕੇ ਦਿੱਤਾ ਉਰਦੂ ਦੇ ਵਿੱਚ। ਉਸਨੇ ਮੈਨੂੰ ਇਹ ਮੂਲ ਮੰਤਰ ਲਿਖ ਕੇ ਦਿੱਤਾ ਵੀ ਤੂੰ ਕਾਕਾ ਰੋਜ਼ ਨਾ ਮੂਲ ਮੰਤਰ ਦਾ ਜਾਪ ਕਰਕੇ ਨਾ ਇੰਨੇ ਵਾਰੀ ਫਿਰ ਸਕੂਲ ਜਾਇਆ ਕਰ, ਤੈਨੂੰ ਟੀਚਰ ਨਹੀਂ ਕੁੱਟੇਗਾ। ਕਹਿੰਦਾ ਮੈਂ ਪਹਿਲੇ ਦਿਨ ਜਦੋਂ ਜਾਪ ਕਰਕੇ ਗਿਆ ਮੈਨੂੰ ਟੀਚਰ ਨੇ ਕੁਛ ਨਹੀਂ ਕਿਹਾ, ਮੈਨੂੰ ਹੋ ਗਿਆ। ਕਹਿੰਦਾ ਫਿਰ ਮੈਂ ਰੋਜ਼ ਮੂਲ ਮੰਤਰ ਜਾਪ ਕਰਨ ਲੱਗ ਪਿਆ, ਨਾਲ ਮੈਂ ਪੜ੍ਹਾਈ 'ਚ ਹੁਸ਼ਿਆਰ ਹੋ ਗਿਆ, ਨਾਲ ਟੀਚਰ ਮੈਨੂੰ ਪਿਆਰ ਕਰਨ ਲੱਗ ਪਏ। ਫਿਰ ਮੈਂ ਮੂਲ ਮੰਤਰ ਜਾਪ ਕਰਦਾ ਹੀ ਰਿਹਾ। ਇੱਕ ਦਿਨ ਆ ਗਿਆ ਮੈਂ ਸਾਰੇ ਦੇਸ਼ ਦਾ ਰਾਸ਼ਟਰਪਤੀ ਬਣ ਗਿਆ, ਮੈਂ ਰਾਸ਼ਟਰਪਤੀ ਬਣ ਗਿਆ ਇਰਾਕ ਦਾ। ਕਹਿੰਦਾ ਮੈਂ ਇਸ ਲਈ ਇਹ ਲਿਖ ਕੇ ਲਾਇਆ ਹੋਇਆ, ਬਾਣੀ ਦੇ ਇੰਨੀ ਤਾਕਤ ਹੈ। ਮੈਂ ਦੇਖਿਆ ਬਗਾਨੇ ਲਾਭ ਉਠਾ ਜਾਂਦੇ ਨੇ, ਇਹ ਸਿੱਖ ਉਂਝੀ ਰਹਿ ਰੂ ਜਾਂਦੇ ਨੇ, ਇਹ ਦੂਜਿਆਂ ਨੇ ਇਸ ਤੋਂ ਲਾਭ ਉਠਾ ਜਾਣਾ, ਅਸੀਂ ਬਦਕਿਸਮਤ ਨੇ ਐਂ ਰਹਿ ਰੂ ਜਾਣਾ। ਸੋ ਇਸ ਲਈ ਕਿ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ। ਆਨੰਦ ਸਾਹਿਬ ਦੀ ਬਾਣੀ ਸੁਣੋ, ਤੁਹਾਡੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਤੁਹਾਨੂੰ ਰੱਬ ਦੀ ਪ੍ਰਾਪਤੀ ਹੋ ਜਾਏਗੀ ਅਤੇ ਤੁਹਾਡੇ ਸਾਰੇ ਵਸੂਰੇ, ਤੁਹਾਡੇ ਸਾਰੇ ਝੋਰੇ, ਤੁਹਾਡੀ ਸਾਰੀ ਚਿੰਤਾਵਾਂ ਖਤਮ ਹੋ ਜਾਣਗੀਆਂ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਨ੍ਹਾਂ ਨੇ ਇਹ ਆਨੰਦ ਸਾਹਿਬ ਦੀ ਬਾਣੀ ਸੁਣੀ, ਉਹਨਾਂ ਦੇ ਦੁੱਖ, ਉਹਨਾਂ ਦੇ ਰੋਗ, ਸੰਤਾਪ ਹੁੰਦੇ ਮਾਨਸਿਕ ਦੁੱਖ, ਉਹ ਸਾਰੇ ਖਤਮ ਹੋ ਗਏ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਜਦੋਂ ਉਹਨਾਂ ਨੂੰ ਪੂਰੇ ਗੁਰੂ ਤੋਂ ਬਾਣੀ ਦਾ ਪਤਾ ਲੱਗਾ, ਸੰਤ ਮਹਾਤਮਾ ਵੀ ਖੁਸ਼ ਹੋ ਗਏ। ਸਰਸੇ ਹੁੰਦੇ ਖੁਸ਼ ਹੋ ਗਏ, ਉਹ ਵੀ ਖੁਸ਼ ਹੋ ਗਏ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ। ਜਿਹੜੇ ਬਾਣੀ ਨੂੰ ਸੁਣਦੇ ਨੇ ਉਹ ਪਵਿੱਤਰ, ਕਹਤੇ ਪਵਿੱਤ, ਜਿਹੜੇ ਬਾਣੀ ਪੜ੍ਹਦੇ ਨੇ ਉਹ ਵੀ ਪਵਿੱਤਰ। ਸਤਿਗੁਰ ਰਿਹਾ ਭਰਪੂਰੇ, ਕਿਉਂਕਿ ਇਸ ਬਾਣੀ 'ਚ ਪਰਮਾਤਮਾ ਵਸਦਾ ਹੈ। ਇਹ ਬਾਣੀ ਪਰਮਾਤਮਾ ਦੀ ਹੈ, ਇਹ 'ਚ ਪਰਮਾਤਮਾ ਵਸਦਾ ਹੈ। ਇਸ ਲਈ ਜਿਹੜਾ ਇਹ ਬਾਣੀ ਸੁਣਦਾ ਉਹ ਵੀ ਪਵਿੱਤਰ, ਜਿਹੜਾ ਬਾਣੀ ਪੜ੍ਹਦਾ ਉਹ ਵੀ ਪਵਿੱਤਰ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਉਹਦੇ ਅੰਦਰ ਖੁਸ਼ੀ ਦੇ ਗੀਤ ਸੰਗੀਤ ਵੱਜਣੇ ਸ਼ੁਰੂ ਹੁੰਦੇ, ਉਹਦੇ ਅੰਦਰ ਅਨਹਦ ਨਾਦ ਵੱਜਣੇ ਸ਼ੁਰੂ ਹੁੰਦੇ। ਜਿਹੜਾ ਵੀ ਆਨੰਦ ਸਾਹਿਬ ਦੀ ਬਾਣੀ ਪੜ੍ਹੇਗਾ, ਉਹਦੇ ਅੰਦਰ ਅਨਹਦ ਨਾਦ ਵੱਜਣੇ ਸ਼ੁਰੂ ਹੋ ਜਾਣਗੇ। ਅੱਗੇ ਕਹਿੰਦੇ ਮੁੰਦਾਵਣੀ ਮਹਿਲਾ ਪੰਜਵਾਂ। ਹੁਣ ਪੰਚਮ ਪਾਤਸ਼ਾਹ ਦੀ ਬਾਣੀ ਹੈ। ਮੁੰਦਾਵਣੀ ਦਾ ਸ਼ਬਦ ਇਹ ਹੈ ਬੁਝਾਰਤ। ਜਿਵੇਂ ਪਹਿਲਾਂ ਬੁਝਾਰਤਾਂ ਪਾਇਆ ਕਰਦੇ ਸਨ ਅਤੇ ਦੂਜੇ ਬੁਝਿਆ ਕਰਦੇ ਵੀ ਆਹ ਹੈ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਥਾਲ ਵਿੱਚ ਇਹ ਬਾਣੀ ਰੂਪੀ ਥਾਲ ਹੈ। ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਇੱਕ ਥਾਲ ਹੈ। ਇਹ 'ਚ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਈ ਹੈ, ਤਿੰਨ ਚੀਜ਼ਾਂ ਨੇ ਇਹਦੇ 'ਚ। ਸਤ ਸੰਤੋਖ ਵਿਚਾਰੋ। ਸਤ ਹੈ, ਸੰਤੋਖ ਹੈ, ਵਿਚਾਰ ਹੈ।
ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਇਹਦੇ ਵਿੱਚ ਇਹਨਾਂ ਤਿੰਨਾਂ ਜੀ ਵਿੱਚ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦੇ ਨਾਮ ਨੂੰ ਅੰਮ੍ਰਿਤ ਕਿਹਾ ਹੈ। ਅੰਮ੍ਰਿਤ ਪਰਮਾਤਮਾ ਦਾ ਅੰਮ੍ਰਿਤ ਨਾਮ ਵੀ ਇਸ ਦੇ ਵਿੱਚ ਹੈ। ਜਿਸ ਕਾ ਸਭ ਸਾਧਾਰੋ, ਜਿਹਦਾ ਸਾਰਿਆਂ ਨੂੰ ਓਟ ਆਸਰਾ ਹੈ ਪਰਮਾਤਮਾ ਦੇ ਨਾਮ ਦਾ। ਜੇ ਕੋ ਖਾਵੈ ਜੇ ਕੋ ਭੁੰਚੈ, ਜਿਹੜਾ ਇਹ ਸਤ ਸੰਤੋਖ ਵਿਚਾਰ ਪਰਮਾਤਮਾ ਦੇ ਨਾਮ ਨੂੰ ਖਾਣ ਤੋਂ ਭਾਵੇਂ ਅੰਦਰ ਵਸਾਉਣਾ। ਇਹ ਉਂਝ ਖਾਣ ਵਾਲੀ ਚੀਜ਼ ਨਹੀਂ, ਕੋਈ ਰੋਟੀ ਖਾ ਲਈ ਅਸੀਂ, ਇਹਨੂੰ ਹਿਰਦੇ 'ਚ ਵਸਾਉਣਾ। ਜੇ ਕੋ ਖਾਵੇ, ਜਿਹੜਾ ਇਹਨਾਂ ਨੂੰ ਅੰਦਰ ਵਸਾਉਂਦਾ ਹੈ। ਜੇ ਕੋ ਭੁੰਚੈ, ਭੁੰਚੈ ਦਾ ਆਨੰਦ ਮਾਣਨਾ। ਆਪਾਂ ਕੋਈ ਚੀਜ਼ ਖਾਧੀ ਫਿਰ ਉਲਟੀ ਕਰਤੀ, ਸਵਾਦ ਤਾਂ ਨਾ ਆਇਆ। ਆਪਾਂ ਖਾਧੀ, ਉਹ ਆਪਣਾ ਚੰਗੀ ਤਰ੍ਹਾਂ ਹਜ਼ਮ ਹੋ ਗਈ, ਆਪਾਂ ਆਨੰਦ ਮਾਣਿਆ ਉਸਦਾ। ਜੇ ਕੋ ਖਾਵੇ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਸਤ ਨੂੰ, ਇਹ ਸੰਤੋਖ ਨੂੰ, ਇਸ ਵਿਚਾਰ ਨੂੰ, ਪਰਮਾਤਮਾ ਦੇ ਨਾਮ ਨੂੰ ਜਿਹੜਾ ਹਿਰਦੇ 'ਚ ਵਸਾਉਂਦਾ ਹੈ ਅਤੇ ਜਿਹੜਾ ਇਹਦਾ ਆਨੰਦ ਮਾਣਦਾ ਹੈ, ਉਹਦਾ ਭਲਾ ਹੋ ਜਾਂਦਾ। ਤਿਸ ਕਾ ਹੋਏ ਉਧਾਰੋ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਇਹ ਵਸਤ ਤਜੀ ਨਹੀਂ ਜਾਈ। ਪਰਮਾਤਮਾ ਦੇ ਨਾਮ ਨੂੰ ਛੱਡਿਆ ਨਹੀਂ ਜਾ ਸਕਦਾ। ਤਜੀ ਇਹਦਾ ਛੱਡਣਾ। ਅਸੀਂ ਪਰਮਾਤਮਾ ਦੇ ਨਾਮ ਨੂੰ ਛੱਡ ਨਹੀਂ ਸਕਦੇ। ਨਿਤ ਨਿਤ ਰੱਖ ਔਰ ਧਾਰੋ, ਔਰ ਹੁੰਦਾ ਹਿਰਦਾ, ਧਾਰੋ ਹੁੰਦਾ ਟਿਕਾਉਣਾ। ਹਮੇਸ਼ਾ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਧਾਰਨ ਕਰੋ, ਆਪਣੇ ਮਨ ਵਿੱਚ ਟਿਕਾ ਕੇ ਰੱਖੋ। ਤਮ ਸੰਸਾਰ ਚਰਨ ਲਗ ਤਰੀਏ। ਤਮ ਹੁੰਦਾ ਹਨੇਰਾ, ਸੰਸਾਰ ਹੈ ਇਹ। ਇੱਥੇ ਅਗਿਆਨਤਾ ਦਾ ਹਨੇਰਾ। ਕਾਹਦਾ ਹਨੇਰਾ? ਅਗਿਆਨਤਾ ਦਾ ਹਨੇਰਾ। ਇਸ ਅਗਿਆਨਤਾ ਦੇ ਹਨੇਰੇ ਰੂਪੀ ਸੰਸਾਰ ਦੇ ਵਿੱਚੋਂ ਕੌਣ ਤਰੇਗਾ? ਚਰਨ ਲਗ ਤਰੀਏ, ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਏਗਾ। ਜੋ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਏਗਾ। ਤੁਸੀਂ ਕਹੋ ਪਰਮਾਤਮਾ ਦੇ ਚਰਨ ਕੀ ਹੁੰਦੇ ਨੇ? ਪਰਮਾਤਮਾ ਦਾ ਨਾਮ। ਜਿਹੜਾ ਵੀ ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗਾ, ਇਹ ਅਗਿਆਨਤਾ ਰੂਪੀ ਹਨੇਰੇ ਦੇ ਵਿੱਚੋਂ ਬਾਹਰ ਨਿਕਲ ਜਾਏਗਾ। ਸਭ ਨਾਨਕ ਬ੍ਰਹਮ ਪਸਾਰੋ। ਜਦੋਂ ਅਗਿਆਨਤਾ ਦੇ ਹਨੇਰੇ 'ਚ ਬਾਹਰ ਆਏਗਾ ਨਾ, ਜਦੋਂ ਗਿਆਨ ਦਾ ਚਾਨਣ ਹੋਏਗਾ, ਫਿਰ ਪਤਾ ਕੀ ਕਹੇਗਾ? ਸਭ ਨਾਨਕ ਬ੍ਰਹਮ ਪਸਾਰੋ, ਕਿ ਪਰਮਾਤਮਾ ਹੀ ਸਾਰੇ ਪਾਸੇ ਵਸਿਆ ਹੋਇਆ ਹੈ। ਇਹ ਸਾਰਾ ਪਸਾਰਾ ਪਰਮਾਤਮਾ ਦਾ ਹੀ ਹੈ। ਅਤੇ ਅਖੀਰਲਾ ਸ਼ਬਦ ਹੈ ਸ਼ਲੋਕ ਮਹਿਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋ ਕੀਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪੰਚਮ ਪਾਤਸ਼ਾਹ ਕਹਿੰਦੇ ਤੇਰਾ ਕੀਤਾ ਜਾਤੋ ਨਹੀਂ। ਹੇ ਪਰਮਾਤਮਾ, ਤੂੰ ਤੇ ਮੇਰੇ ਲਈ ਬਹੁਤ ਕੁਛ ਕੀਤਾ, ਪਰ ਮੈਂ ਤੇਰਾ ਅਹਿਸਾਨ ਹੀ ਨਹੀਂ ਜਾਣਿਆ ਹੈ। ਕਈ ਤੇ ਕੀਤੇ ਨੂੰ ਜਾਣਦੇ ਨੇ ਵੀ ਇਹਨੇ ਔਖੇ ਸਮੇਂ ਭਾਈ ਮੇਰੀ ਸਹਾਇਤਾ ਕੀਤੀ ਸੀ, ਇਸ 'ਤੇ ਔਖਾ ਸਮਾਂ ਗਿਆ, ਆਪਾਂ ਵੀ ਇਹਦੀ ਸਹਾਇਤਾ ਕਰੋ। ਅਤੇ ਕਈ ਬਸ ਭੁੱਲ ਭੁਲਾ ਜਾਂਦੇ ਨੇ। ਹੁਣ ਦੇਖੋ ਮਾਂ ਪਿਓ ਕਿੰਨਾ ਪਾਲਦੇ ਪੋਸਦੇ ਨੇ ਬੱਚਿਆਂ ਨੂੰ, ਅਤੇ ਹੁਣ ਜੇ ਬੱਚੇ ਮਾਂ ਪਿਓ ਨੂੰ ਬੁਢਾਪੇ ਨਾ ਪਾਲਣ, ਫਿਰ ਕਿੱਡਾ ਵੱਡਾ ਪਾਪ ਹੈ। ਮਾਂ ਪਿਓ ਨੇ ਤੁਹਾਨੂੰ 24-25 ਸਾਲਾਂ ਤੱਕ ਪਾਲਿਆ, ਤੁਹਾਡੇ ਵਿਆਹ 'ਤੇ ਵੀ ਖਰਚ ਕੀਤਾ, ਸਭ ਕੁਝ ਕੀਤਾ, ਤੁਹਾਨੂੰ ਪੜ੍ਹਾਇਆ, ਤੁਹਾਡੇ ਇੰਨੀਆਂ ਫੀਸਾਂ ਦਿੱਤੀਆਂ। ਜਦੋਂ ਉਹਨਾਂ ਦੀ ਵਾਰੀ ਆਈ ਸੇਵਾ ਕਰਾਉਣ ਦੀ, ਫਿਰ ਬੱਚੇ ਸੇਵਾ ਨਹੀਂ ਕਰਦੇ ਹੈਗੇ, ਅਕਿਰਤਕਨ ਹੋ ਜਾਂਦੇ ਮਨੁੱਖ। ਤੇਰਾ ਕੀਤਾ ਜਾਤੋ ਨਹੀਂ। ਤੂੰ ਮੇਰੇ ਜੋ ਪਰਮਾਤਮਾ ਕੀਤਾ ਨਾ, ਮੈਂ ਤੈਨੂੰ ਜਾਣ ਹੀ ਨਹੀਂ ਸਕਿਆ। ਮੈਨੂੰ ਯੋਗ ਕੀਤੋ ਹੀ, ਤੂੰ ਹੀ ਮੈਨੂੰ ਯੋਗ ਬਣਾਇਆ। ਇਹ ਜਿਹੜੀ ਮੈਂ ਇੰਨੀ ਬਾਣੀ ਲਿਖੀ ਹੈ ਨਾ, ਜਿਹੜਾ ਮੈਂ ਗੁਰੂ ਗ੍ਰੰਥ ਸਾਹਿਬ ਪੰਚਮ ਪਾਤਸ਼ਾਹ ਤਿਆਰ ਕੀਤਾ ਨਾ, ਇਹ ਤਾਂ ਤੇਰੀ ਕਿਰਪਾ ਹੋਈ ਹੈ। ਤੂੰ ਮੈਨੂੰ ਇੱਥੇ ਯੋਗ ਬਣਾਇਆ। ਮੈਂ ਨਿਰਗੁਣਿਆਰੇ ਕੋ ਗੁਣ ਨਹੀਂ। ਮੈਂ ਤਾਂ ਨਿਰਗੁਣਿਆਰਾ, ਮੇਰੇ 'ਤੇ ਕੋਈ ਗੁਣ ਹੀ ਨਹੀਂ ਹੈ। ਆਪੇ ਤਰਸ ਪਏ ਹੋਈ, ਤੈਨੂੰ ਮੇਰੇ 'ਤੇ ਤਰਸ ਆਇਆ, ਤੂੰ ਹੀ ਮੇਰੇ 'ਚ ਗੁਣ ਪੈਦਾ ਕੀਤਾ, ਤਾਂ ਹੀ ਮੈਂ ਬਾਣੀ ਲਿਖੀ ਨਾ, ਤਾਂ ਹੀ ਗੁਰੂ ਗ੍ਰੰਥ ਨੂੰ ਤਿਆਰ ਕੀਤਾ। ਤਰਸ ਪਿਆ ਮਿਹਰਾਮਤ ਹੋਈ। ਖਿਆਲ ਰੱਖਣਾ, ਮਿਹਰ ਤੋਂ ਬਣਿਆ ਸ਼ਬਦ।
ਇਹ ਬੜੇ ਧਿਆਨ ਨਾਲ ਇਹਦਾ ਪਾਠ ਕਰਨਾ ਹੈ। ਮਿਹਰਾਮਤ, ਕਈ ਵਾਰ ਜਿਵੇਂ ਪਾਠੀਆਂ ਸੁਣਦਾ ਪੜ੍ਹਦੇ ਨੇ, ਤਰਸ ਪਿਆ ਮਿਹਰਾਮਤ ਹੋਈ, ਉਹ ਮਹਿਰ ਕਹਿੰਦੇ ਨੇ। ਮਹਿਰ ਨਹੀਂ ਹੁੰਦਾ, ਕੀ ਹੁੰਦਾ? ਮਿਹਰ ਹੁੰਦਾ। ਵਿਦਾ ਤੇ ਬੜੀ ਮਿਹਰ ਹੈ ਜੀ। ਤਰਸ ਪਿਆ ਮਿਹਰਾਮਤ ਹੋਈ, ਪਰਮਾਤਮਾ ਨੂੰ ਆ ਗਿਆ ਤਰਸ, ਉਹਨੇ ਮੇਰੇ 'ਤੇ ਕਰਤੀ ਮਿਹਰ। ਆਪਾਂ ਮਿਹਰ ਕਿਸ 'ਤੇ ਉਹਦੀ ਕਰਦੇ ਜਦੋਂ ਉਸੇ ਤਰਸ ਆ ਜਾਏ। ਕੋਈ ਵਿਚਾਰਾ ਤਰਲੇ ਕੱਢਦਾ ਹੈ, ਕੋਈ ਆਪਣੀ ਮਜਬੂਰੀ ਦੱਸਦਾ ਹੈ, ਫਿਰ ਤਰਸ ਆ ਜਾਂਦਾ ਹੈ। ਕਈ ਮੇਰੇ ਕੋਲ ਲਾਕਡਾਊਨ ਵੇਲੇ ਜੋ ਜ਼ਿਆਦਾ ਔਖਾ ਸਮਾਂ ਸੀ, ਆਉਂਦੇ ਰਹਿੰਦੇ ਸਨ ਵਿਚਾਰੇ, ਆਪਣੀ ਮਜਬੂਰੀਆਂ ਦੱਸਦੇ ਸੀ। ਮੈਂ ਉਹਨਾਂ ਨੂੰ ਆਪਣੀਆਂ ਮਜਬੂਰੀਆਂ ਦੱਸਦਾ ਸੀ, ਭਾਈ ਗੁਰਦੁਆਰਾ ਤਾਂ ਬੰਦ ਹੈ, ਆਮਦਨ ਸਾਡੀ ਵੀ ਖਤਮ ਹੋ ਗਈ ਹੈ, ਗੁਰਦੁਆਰੇ 'ਚ ਕੋਈ ਆਉਂਦਾ ਨਹੀਂ ਹੈਗਾ, ਆਮਦਨ ਹੈ ਨਹੀਂ, ਦੱਸੋ ਮੈਂ ਤੁਹਾਡੀ ਕਿੱਥੋਂ ਸਹਾਇਤਾ ਕਰਾਂ? ਫਿਰ ਕਿਸੇ ਨੂੰ ਆਪਣੀ ਪੈਨਸ਼ਨ 'ਚੋਂ ਕੋਈ ਸਹਾਇਤਾ ਕਰ, ਕਿਸੇ ਨੂੰ ਕੁਛ ਨਾ ਕੁਛ ਕਰ, ਜਿਵੇਂ ਹੁੰਦਾ ਸੀ ਕੁਛ ਨਾ ਪੱਲੋ ਕਰਨਾ। ਵੀ ਕਿਉਂ? ਤਰਸ ਆ ਜਾਂਦਾ ਜਦੋਂ ਅਗਲਾ ਕਹੇ, ਤਰਲੇ ਕਰਦਾ ਜੀ ਸਾਡਾ ਕੋਈ ਸਾਧਨ ਹੀ ਕੋਈ ਨਹੀਂ ਕਮਾਈ ਦਾ ਜੀ। ਪਹਿਲਾਂ ਪਾਠ ਹੁੰਦੇ ਸੀ, ਚਲੋ ਕਮਲ ਉਹ ਵੀ ਬੰਦ ਹੋ ਗਏ। ਕੀਰਤਨ ਕਰਦੇ ਸੀ, ਚਲੋ ਕੁਛ ਆਮਦਨ ਤਾਂ ਸੀ। ਤਬਲਾ ਵਜਾਉਂਦੇ ਕੋਈ ਆਮਦਨ, ਹੁਣ ਉਹ ਵੀ ਖਤਮ ਹੋ ਗਿਆ ਜੀ। ਰੋਟੀ ਤਾਂ ਖਾਣੀ ਹੈ ਜੀ, ਫਿਰ ਤਰਸ ਆ ਜਾਂਦਾ ਹੈ। ਐਂ ਪਰਮਾਤਮਾ ਨੂੰ ਵੀ ਤਰਸ ਆ ਜਾਂਦਾ ਹੈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਕਹਿੰਦਾ ਪਰਮਾਤਮਾ ਨੂੰ ਆਇਆ ਮੇਰੇ 'ਤੇ ਤਰਸ, ਉਹਨੇ ਕੀਤੀ ਮੇਰੇ 'ਤੇ ਮਿਹਰ, ਅਤੇ ਮੈਨੂੰ ਫਿਰ ਸਤਿਗੁਰੂ ਦੀ ਪ੍ਰਾਪਤੀ ਹੋ ਗਈ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਹਾਂ, ਜੇ ਹੁਣ ਮੈਨੂੰ ਨਾਮ ਦੀ ਪ੍ਰਾਪਤੀ ਹੋ ਜਾਏ ਤਾਂ ਮੈਂ ਸਮਝਦਾ ਮੈਂ ਜਿਉਂਦਾ ਹਾਂ। ਮੇਰਾ ਤਨ ਅਤੇ ਮਨ ਥੀਵੈ ਹੁੰਦਾ, ਹੋ ਜਾਂਦਾ ਹੈ। ਜਦੋਂ ਮੈਂ ਨਾਮ ਜਪਦਾ, ਮੇਰਾ ਤਨ ਅਤੇ ਮਨ ਹਰਿਆ ਭਰਿਆ ਹੋ ਜਾਂਦਾ ਹੈ। ਸੋ ਪਰਮਾਤਮਾ ਦਾ ਨਾਮ ਮਨੁੱਖ ਨੂੰ ਹਰਿਆ ਭਰਿਆ ਕਰਦਾ ਹੈ, ਮਨੁੱਖ ਨੂੰ ਖੇੜੇ 'ਚ ਰੱਖਦਾ ਹੈ, ਮਨੁੱਖ ਨੂੰ ਖੁਸ਼ ਰੱਖਦਾ ਹੈ, ਮਨੁੱਖ ਨੂੰ ਅਮੀਰ ਬਣਾਉਂਦਾ ਹੈ, ਦੁੱਖਾਂ ਤਕਲੀਫਾਂ ਤੋਂ ਬਚਾਉਂਦਾ ਹੈ, ਹਰ ਪ੍ਰਕਾਰ ਦੀ ਰੱਖਿਆ ਕਰਦਾ ਹੈ, ਔਖੇ ਵੇਲੇ ਸਾਡੀ ਸਹਾਇਤਾ ਕਰਦਾ ਹੈ, ਕਿਉਂਕਿ ਉਹ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਜਾਣੀ ਜਾਣ ਹੈ, ਉਹ ਅੰਤਰਜਾਮੀ ਹੈ, ਉਹ ਸਭ ਕੁਛ ਜਾਣਦਾ ਹੈ। ਕੱਟ ਕੱਟ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਅਵਸਥਾ। ਇਸ ਲਈ ਭਾਈ ਸਾਡਾ ਫਰਜ਼ ਬਣਦਾ ਇਹੋ ਜਿਹੇ ਪਰਮਾਤਮਾ ਦਾ ਅਸੀਂ ਸਿਮਰਨ ਕਰੀਏ, ਭਜਨ ਬੰਦਗੀ ਕਰੀਏ, ਉੱਠਦੇ ਬੈਠਦੇ ਤੁਰਦੇ ਫਿਰਦੇ ਉਹਦਾ ਨਾਮ ਜਪੀਏ। ਠੀਕ ਹੈ, ਅਸੀਂ ਦਸਾਂ ਦੀ ਕਿਰਤ ਕਰਨੀ ਹੈ, ਇਹ ਸਾਨੂੰ ਗੁਰੂ ਨਾਨਕ ਦੇਵ ਦਾ ਹੁਕਮ ਹੈ। ਕਿਰਤ ਕਰਕੇ ਆਪਣਾ ਪਰਿਵਾਰ ਪਾਲਣਾ ਹੈ। ਉਸ ਤੋਂ ਬਾਅਦ ਜਿੰਨਾ ਵੀ ਸਮਾਂ ਮਿਲੇ ਭਜਨ ਬੰਦਗੀ ਕਰਕੇ ਆਪਣੇ ਜੀਵਨ ਨੂੰ ਡੇਖੇ ਚਲਾਉਣਾ। ਇਹ ਜ਼ਿੰਦਗੀ ਮੁੜ ਮੁੜ ਕੇ ਨਹੀਂ ਮਿਲਣੀ ਮਨੁੱਖਾ ਜੀਵਨ। ਨਾਨਕ ਕਦ ਆਵੇ ਵਾਰੀ, ਫਿਰ ਨਹੀਂ ਤੇ ਪਤਾ ਨਹੀਂ ਕਦੋਂ ਵਾਰੀ ਆਉਣੀ ਹੈ। ਹੁਣ ਵਾਰੀ ਆਈ ਹੋਈ ਹੈ, ਹੁਣ ਵਾਰੀ ਆਈ ਹੋਈ ਹੈ। ਸੋ ਇਸ ਲਈ ਵੱਧ ਤੋਂ ਵੱਧ ਭਜਨ ਬੰਦਗੀ ਕਰਕੇ ਆਪਣੇ ਲੋਕ ਸੁਖੀਏ, ਪਰ ਲੋਕ ਸੁਲੇ ਦੀ ਅਵਸਥਾ 'ਤੇ ਪਹੁੰਚਣਾ। ਜਦੋਂ ਸਾਡਾ ਲੋਕ ਸੁਖੀ ਹੋ ਜਾਏਗਾ, ਪਰਲੋਕ ਸੁਖੀ ਹੋ ਜਾਏਗਾ। ਨਾਨਕ ਹਰ ਪ੍ਰਭ ਆਪੇ ਆਪੇ ਮਿਲਾ ਲੇਗਾ ਆਪਣੇ ਨਾਲ। ਸਤਿਕਾਰਯੋਗ ਸਾਧ ਸਿੰਘ ਜੀ, ਇੱਥੇ ਰਹਿ ਰਸ ਸਮਾਪਤ ਹੋ ਗਈ ਹੈ। ਕੱਲ੍ਹ ਨੂੰ ਸੋਹਲੇ ਸਾਧ ਦਾ ਪਾਠ ਹੋਏਗਾ, ਹੁਣ ਕਥਾ ਹੋਏਗੀ। ਹੋ ਸਕਦਾ ਕੱਲ੍ਹ ਨੂੰ ਸੋਹਲੇ ਸਾਧ ਦੀ ਕਥਾ ਸੰਪੂਰਨ ਹੋ ਜਾਏ। ਜੇ ਕੱਲ੍ਹ ਨੂੰ ਸੰਪੂਰਨ ਹੋ ਗਈ, ਪਰਸੋਂ ਤੋਂ ਫਿਰ ਆਸਾ ਦੀ ਵਾਰ ਦੀ ਕਥਾ ਸ਼ੁਰੂ ਹੋਏਗੀ। ਸੋ ਆਪ ਜੀ ਨੂੰ ਬੇਨਤੀ ਹੈ, ਜੇ ਤੁਹਾਡੇ ਕੋਲ ਪੋਥੀਆਂ ਨੇ ਤਾਂ ਫਿਰ ਜਿਹੜਾ ਹੈ 262 ਸਫ਼ੇ 'ਤੇ ਆਸਾ ਦੀ ਵਾਰ ਜਿਹੜੀ 462 'ਤੇ 462 'ਤੇ ਆਸਾ ਦੀ ਵਾਰ ਸ਼ੁਰੂ ਹੁੰਦੀ ਹੈ। ਇਹ 13 ਕੁ ਸਫ਼ੇ 475  'ਤੇ ਜਾ ਕੇ ਸਮਾਪਤ ਹੋ ਜਾਂਦੀ ਹੈ। ਸੋ ਆਸਾ ਦੀ ਵਾਰ ਦੀ ਕਥਾ ਸ਼ੁਰੂ ਹੋਣੀ ਹੈ। ਕਈਆਂ ਕੋਲ ਸੁੰਦਰ ਗੁਟਕੇ ਨੇ, ਉਹਦੇ 'ਚ ਵੀ ਹੁੰਦਾ, ਨਹੀਂ ਤਾਂ ਅੱਜ ਕੱਲ੍ਹ ਮੋਬਾਈਲ ਨੇ, ਸਭ ਤੋਂ ਵਧੀਆ। ਕੋਈ ਪੋਥੀ ਚੱਕਣ ਦੀ ਲੋੜ ਨਹੀਂ, ਕੋਈ ਗੁਟਕਾ ਚੱਕਣ ਦੀ ਲੋੜ ਨਹੀਂ, ਮੋਬਾਈਲਾਂ ਦੇ ਵਿੱਚ ਵੀ ਹੁੰਦਾ ਸਾਰਾ ਗੁਰੂ ਗ੍ਰੰਥ ਸਾਹਿਬ ਵੀ ਮੋਬਾਈਲ 'ਚ ਹੁੰਦਾ। ਜਦੋਂ ਸਾਰੇ ਗੁਰੂ ਗ੍ਰੰਥ ਸਹਿਜ ਪਾਠ ਮੋਬਾਈਲ 'ਚ ਹੈਗਾ ਤਾਂ ਉੱਥੇ ਤੁਸੀਂ 462 ਸਫ਼ਾ ਕੱਢ ਕੇ ਫਿਰ ਆਸਾ ਦੀ ਵਾਰ ਵੇਖ ਲੈਣੀ ਹੈ। ਉੱਥੇ ਨਾਲ ਮੋਬਾਈਲ ਤੋਂ ਵੇਖੀ ਜਾਣਾ। ਅਸੀਂ ਪੜ੍ਹਦੇ ਜਾਵਾਂਗੇ, ਪਹਿਲਾਂ ਬਾਣੀ ਪੜ੍ਹਾਂਗੇ, ਤੁਹਾਡਾ ਪਾਠ ਸ਼ੁੱਧ ਹੋ ਜਾਏ, ਫਿਰ ਨਾਲ ਜੋ ਉਹਦੀ ਕਥਾ ਵਾਰਤਾ ਹੁੰਦੀ ਜਾਏਗੀ, ਦੋਨੋਂ ਕੰਮ ਹੋ ਜਾਣਗੇ। ਨਾਲੇ ਬਾਣੀ ਸ਼ੁੱਧ ਹੋ ਜਾਏਗੀ, ਨਾਲੇ ਅਰਥ ਸਮਝਣੇ ਆਉਣੇ ਸ਼ੁਰੂ ਹੋ ਜਾਣੇ। ਕਿਉਂਕਿ ਬਹੁਤ ਸਾਰੇ ਲੋਕ ਅੰਮ੍ਰਿਤ ਵੇਲੇ
ਜਿਹੜੇ ਉੱਥੋਂ ਹਰਿਮੰਦਰ ਸਾਹਿਬ ਤੋਂ ਜਾਂ ਹੋਰ ਥਾਵਾਂ ਤੋਂ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਨੇ, ਫਿਰ ਉਹਨਾਂ ਨੂੰ ਲਾਭ ਹੋ ਜਾਏਗਾ, ਸਮਝ ਆਉਣੀ ਸ਼ੁਰੂ ਹੋ ਜਾਏਗੀ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।